ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋਂ ਗੁਰ ਹਿਰਦੇ ਧਿਆਵੋਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋਂ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਾਰਣ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਦੋਹਰਾ ਕਾਬਲ ਬਿਖੈ ਮਸੰਦ ਇਕ। ਸੰਗ੍ਰਹਿ ਗੁਰ ਕੀ ਕਾਰ। ਸੰਮਤ ਮਹਿ ਸਭ ਆਨ ਕਰ। ਅਰਪਹਿ ਗੁਰ ਦਰਬਾਰ। ਕਾਬਲ ਬਿਖੈ ਮਸੰਦ ਇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਸਾਜੀ ਔਰ ਨਿਵਾਜੀ ਹੋਈ ਗੁਰਮੁਖ ਮਾਈ ਭਾਈ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰੂ ਜੀ ਕਾ ਖਾਸ ਰੂਪ ਸੁੰਦਰ ਸਰੂਪ ਸਾਧ ਸੰਗਤ ਜੀ। ਆਪ ਸਰਬ ਵੱਡ ਭਾਗੇ ਹੋ ਜੋ ਕਿ ਦੀਨ ਦਿਆਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਦਇਆ ਸਦਕਾ ਗੁਰੂ ਪਾਤਸ਼ਾਹ ਜੀਆਂ ਦੇ ਹਜ਼ੂਰ ਦੀਵਾਨ ਸਜੇ ਹਨ। ਸਜੇ ਦੀਵਾਨਾਂ ਅੰਦਰ ਆਪ ਜੀਆਂ ਨੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਿਤਨੇਮ ਸਰਵਣ ਕੀਤੇ। ਗੁਰੂ ਕੇ ਕੀਰਤਨੀਆਂ ਪਾਸੋਂ ਹਰ ਜਸ ਕੀਰਤਨ ਸ਼ਰਵਣ ਕੀਤੇ ਹਨ। ਆਓ ਭਾਈ ਕੁਝ ਸਮਾਂ ਗੁਰੂ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਸਾਨੂੰ ਪ੍ਰਾਪਤ ਹੋਇਆ ਹੈ। ਰਲ ਮਿਲ ਕੇ
ਜੋ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਵਰਣਨ ਕਰ ਰਹੇ ਨੇ, ਆਪਾਂ ਲੜੀਵਾਰ ਵਿਚਾਰ ਨਾਲ ਹਰ ਰੋਜ਼ ਜੁੜਨ ਦਾ ਯਤਨ ਕਰਦੇ ਹਾਂ। ਸਤਿਗੁਰਾਂ ਨੇ ਅੱਜ ਵੀ ਦਇਆ ਕੀਤੀ ਹੈ, ਗੁਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਪਿਛਲੇ ਸਮੇਂ ਦੌਰਾਨ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਵਿੱਚ ਨਿਵਾਸ ਕਰਦਿਆਂ ਜੋ ਨਿਤ ਦੀ ਵੀਰ ਰਸੀ ਕਿਰਿਆ ਏ, ਕਵੀ ਸੰਤੋਖ ਸਿੰਘ ਜੀ ਨੇ ਉਹ ਵੀਰ ਰਸੀ ਕਿਰਿਆ ਦਾ ਵਰਣਨ ਕੀਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ ਭਾਈ। ਨਵੇਂ ਕਾਰੀਗਰ ਗੁਰੂ ਕੇ ਹਜ਼ੂਰ ਭਾਈ ਵਧੀਆ ਕਿਸਮ ਦੇ ਬਣੇ ਹੋਏ ਸ਼ਸਤਰ ਆ ਕੇ ਭੇਟ ਕਰਦੇ ਨੇ। ਸਤਿਗੁਰੂ ਜੀ ਕਹਿ ਕੇ ਭਾਈ ਵਧੀਆ ਸ਼ਸਤਰ ਜਿਹੜੇ ਆ ਉਹ ਤਿਆਰ ਕਰਵਾਉਂਦੇ। ਨਿਤ ਮਹਾਰਾਜ ਸੱਚੇ ਪਾਤਸ਼ਾਹ ਜੰਗ ਦੀ ਤਿਆਰੀ ਕਰਦੇ ਨੇ, ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਨੇ, ਨਿਸ਼ਾਨਿਆਂ ਨੂੰ ਆਪਣੇ ਲਛ ਨੂੰ ਪਕਾਉਂਦੇ ਹਨ। ਤੇ ਜਿਹੜੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਰਹਿੰਦੇ ਆ, ਸਤਿਗੁਰੂ ਜੀ ਉਹਨਾਂ ਨੂੰ ਵੀ ਸਾਰਿਆਂ ਨੂੰ ਭਾਈ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਨੇ। ਕਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਮਾਨ ਚਲਾਉਣ ਦਾ ਅਭਿਆਸ ਕਰਦੇ ਨੇ, ਕਦੀ ਨੇਜਾ ਚਲਾਉਣ ਦਾ ਅਭਿਆਸ ਕਰਦੇ ਹਨ, ਕਦੀ ਤਲਵਾਰਬਾਜੀ, ਔਰ ਇਸੇ ਤਰ੍ਹਾਂ ਸਮੂਹ ਸਿੰਘਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਸਤਰ ਵਿਦਿਆ ਦਾ ਅਭਿਆਸ ਕਰਵਾਉਂਦੇ ਨੇ। ਆਪਣੀ ਮੌਜ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਈ ਵਾਰ ਭਾਈ ਸ਼ਿਕਾਰ ਬਿਰਤੀ ਨੂੰ ਧਾਰਨ ਕਰਕੇ ਸ਼ਿਕਾਰ ਖੇਡਣ ਚਲੇ ਜਾਂਦੇ। ਜੰਗਲ ਵਿੱਚ ਸ਼ਿਕਾਰ ਖੇਡਦਿਆਂ ਜੀਵਾਂ ਦਾ ਸਤਿਗੁਰੂ ਜੀ ਕਲਿਆਣ ਕਰਦੇ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਰਤਾਰਾ ਵੇਖ ਕੇ ਸਮੂਹ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਤੁਲ ਕਰਦੀਆਂ ਭਾਈ। ਸਭ ਸੰਗਤਾਂ ਕਹਿੰਦੀਆਂ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਡੇ ਯੋਧੇ ਸ਼ਾਸਤਰਧਾਰੀ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਦੇ ਸਮਾਨ ਹੀ ਨੇ। ਉਹਨਾਂ ਵਾਂਗ ਹੀ ਸ਼ਾਸਤਰ ਵਿਦਿਆ ਦੇ ਗਿਆਤਾ ਨੇ। ਸ਼ਾਸਤਰ ਵਿਦਿਆ ਮਹਾਨ ਸਤਿਗੁਰਾਂ ਦੇ ਪਾਸ ਹੈ। ਤੋ ਕਵੀ ਸੰਤੋਖ ਸਿੰਘ ਜੀ ਨੇ ਭਾਈ ਸਤਿਗੁਰਾਂ ਜੀ ਦਾ ਜੋ ਵੀਰ ਰਸੀ ਸਰੂਪ ਹੈ ਉਹਦਾ ਬਿਆਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਦਾ ਸੁੰਦਰ ਸਰੂਪ ਹੈ, ਸੁੰਦਰ ਚਿਹਰਾ ਹੈ। ਸਤਿਗੁਰੂ ਜੀ ਦੇ ਹੋਂਠ ਸੁੰਦਰ ਹਨ, ਚਰਨ ਸੁੰਦਰ ਹਨ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦਾ ਬਿਆਨ ਕੀਤਾ ਹੈ ਤੇ ਨਾਲ ਹੀ ਬਚਨ ਕੀਤਾ ਵੀ ਭਾਈ ਐਸਾ ਸਰੂਪ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦਾ, ਜੋ ਕੋਈ ਐਸੇ ਸਰੂਪ ਦਾ ਧਿਆਨ ਧਰੇਗਾ ਉਹਨੂੰ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਪ੍ਰਾਪਤ ਹੋ ਜਾਇਆ ਕਰਨਗੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੂਪ ਨੂੰ ਵਰਣਨ ਕਰਦੇ ਹਾਂ। ਸਤਿਗੁਰਾਂ ਦੀ ਵੀਰ ਰਸੀ ਕਿਰਿਆ ਨੂੰ ਕਵੀ ਸੰਤੋਖ ਸਿੰਘ ਜੀਆਂ ਨੇ ਭਾਈ ਵਰਣਨ ਕੀਤਾ। ਪਿਛਲੇ ਪ੍ਰਸੰਗ ਵਿੱਚ ਆਪਾਂ ਰਲ ਮਿਲ ਕੇ ਇਹ ਸਾਰਾ ਜੋ ਇਤਿਹਾਸ ਹੈ ਮਹਾਰਾਜ ਜੀ ਦਾ ਸਰਵਣ ਕੀਤਾ ਹੈ। ਹੁਣ ਅੱਗੇ ਜੋ ਇਤਿਹਾਸ ਆ ਰਿਹਾ, ਜੋ ਕਾਬਲ ਤੋਂ ਤੰਬੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਵਾਸਤੇ ਬਹੁਤ ਕੀਮਤੀ ਗੁਰੂ ਕੇ ਸਿੱਖਾਂ ਨੇ ਤਿਆਰ ਕਰਵਾ ਕੇ ਲਿਆਂਦਾ ਸੀ, ਉਹ ਪ੍ਰਸੰਗ ਕਵੀ ਜੀ ਵਰਣਨ ਕਰ ਰਹੇ ਨੇ। ਆਓ ਮਨ ਬਿਰਤੀਆਂ ਦੀ ਇਕਾਗਰਤਾ ਨਾਲ ਸਤਿਗੁਰੂ ਜੀ ਦਾ ਇਹ ਜੋ ਪਵਿੱਤਰ ਪ੍ਰਸੰਗ ਹੈ, ਜੋ ਕਥਾ ਹੈ ਮਹਾਰਾਜ ਜੀਆਂ ਦੇ ਜੀਵਨ ਦੀ, ਰਲ ਮਿਲ ਕੇ ਸਰਵਣ ਕਰੀਏ। ਮਨ ਦੇ ਟਿਕਾਓ ਵਾਸਤੇ ਇੱਕ ਵਾਰ ਸਾਰੇ ਜਪੋ ਭਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੋਹਰਾ ਕਾਬਲ ਬਿਖੈ ਮਸੰਦ ਇੱਕ, ਸੰਗ੍ਰਹਿ ਗੁਰ ਕੀ ਕਾਰ। ਸੰਮਤ ਮਹਿ ਸਭ ਆਨ ਕਰ, ਅਰਪੈ ਗੁਰ ਦਰਬਾਰ। ਕਾਬਲ ਬਿਖੈ ਮਸੰਦ ਇੱਕ। ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਹਜ਼ੂਰ ਕਵੀ ਸੰਤੋਖ ਸਿੰਘ ਜੀ ਨੇ ਭਾਈ ਜ਼ਿਕਰ ਕੀਤਾ ਹੈ ਵੀ ਕਾਬਲ ਦੇ ਰਹਿਣ ਵਾਲਾ ਇੱਕ ਗੁਰੂ ਕਾ ਮਸੰਦ ਹੈ, ਜਿਹੜਾ ਭਾਈ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਹਜ਼ੂਰ ਸੰਗ੍ਰਹਿ ਗੁਰ ਕੀ ਕਾਰ, ਜਿਹੜਾ ਭਾਈ ਗੁਰੂ ਕੀ ਕਾਰ ਭੇਟਾ ਜਿਹੜੀ ਹੈ ਉਹ ਇਕੱਠੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਲੈ ਕੇ ਆਉਂਦਾ ਹੈ। ਸੰਮਤ ਮਹਿ ਸਭ ਆਨ ਕਰ। 1 ਸਾਲ ਦੀ ਜਿਹੜੀ ਕਾਰ ਭੇਟਾ ਇਕੱਠੀ ਹੋ ਜਾਂਦੀ ਹੈ, ਫਿਰ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਅਰਪਹਿ ਗੁਰ ਦਰਬਾਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਜਦੋਂ ਦਰਬਾਰ ਸਜਿਆ ਹੁੰਦਾ, ਮਹਾਰਾਜ ਜੀਆਂ ਦੇ ਚਰਨਾਂ ਵਿੱਚ ਭੇਟ ਕਰ ਦਿੰਦਾ ਹੈ। ਚੌਪਈ ਬਲਖ ਬੁਖਾਰਾ ਈਰਾਨ, ਇਤਿਆਦਿਕ ਜੇ ਦੇਸ਼ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਭਾਈ ਕਿ ਜਿਹੜੇ ਵੱਡੇ ਸ਼ਹਿਰ ਨੇ ਬਲਖ ਤੇ ਬੁਖਾਰਾ, ਈਰਾਨ ਸ਼ਹਿਰ ਹੈ, ਇਸ ਤੋਂ ਆਦ ਲੈ ਕੇ ਹੋਰ ਜਿੰਨੇ ਵੀ ਵੱਡੇ ਵੱਡੇ ਦੇਸ਼ ਹਨ, ਸਭ ਤੇ ਸੰਗ੍ਰਹਿ ਲੇਕਰ ਕਾਰ। ਕਈ ਬਾਰ ਲਿਆਇਓ ਦਰਬਾਰ। ਸਾਰੇ ਦੇਸ਼ਾਂ ਤੋਂ ਭਾਈ, ਵੱਡੇ ਛੋਟੇ ਦੇਸ਼ਾਂ ਤੋਂ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਕਾਰ ਭੇਟਾ ਇਕੱਠੀ ਕਰਕੇ ਇਹ ਗੁਰੂ ਕਾ ਮਸੰਦ ਜੀ ਦਾ ਇਤਿਹਾਸ ਵਿੱਚ ਭਾਈ ਨਾਮ ਭਾਈ ਦਿਆਲ ਦਾਸ ਆਇਆ ਹੈ। ਇਹ ਦਿਆਲ ਦਾਸ ਗੁਰੂ ਕਾ ਸਿੱਖ ਮਸੰਦ
ਉਹ ਸਾਰੀ ਕਾਰ ਭੇਟਾ ਲਿਆ ਕੇ ਕਈ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਟ ਕੀਤੀ ਇਹਨੇ ਉਹ ਕਾਰ ਭੇਟਾ। ਇੱਕ ਦਿਨ ਗੁਰ ਹਜ਼ੂਰ ਮਹਿ ਬੈਸੇ, ਕਰਿਓ ਬ੍ਰਤਾਂਤ ਸੁਨਾਵਨ ਐਸੇ। ਹਾਂ, ਇੱਕ ਦਿਨ ਇਹ ਗੁਰੂ ਕਾ ਮਸੰਦ ਭਾਈ ਦਿਆਲਦਾਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਹਜ਼ੂਰੀ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ ਹੋਇਆ ਸੀ ਤੇ ਇਹਨੇ ਬੈਠਿਆਂ ਬੈਠਿਆਂ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਇਹ ਵਰਤਾਂਤ, ਇਹ ਪ੍ਰਸੰਗ ਜਿਹੜਾ ਸੁਣਾਉਣਾ ਕੀਤਾ ਹੈ। ਪ੍ਰਭ ਜੀ ਪਸ਼ਮੰਬਰ ਕੋ ਡੇਰਾ, ਦਿੱਲੀ ਪਤ ਹਿਤ ਬਨਿਓ ਬਡੇਰਾ। ਕਹਿਣ ਲੱਗਾ, ਹੇ ਪਰਮੇਸ਼ਰ ਸਰੂਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਇੱਕ ਪਸ਼ਮੀਨੇ ਦਾ ਬਣਿਆ ਹੋਇਆ ਬੜਾ ਸੁੰਦਰ ਤੰਬੂ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਿੱਲੀ ਦੇ ਬਾਦਸ਼ਾਹ ਵਾਸਤੇ ਬਹੁਤ ਸੋਹਣਾ ਤਿਆਰ ਕੀਤਾ ਗਿਆ। ਕਾਬਲ ਮਹਿ ਕਾਰੀਗਰ ਕੀਨਾ, ਕਾਰ ਅਜਾਇਬ ਜਿਸ ਮਹਿ ਚੀਨਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਤੰਬੂ ਜਿਹੜਾ ਉਹ ਕਾਬਲ ਦੇ ਕਾਰੀਗਰਾਂ ਨੇ ਤਿਆਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ। ਔਰ ਇਸ ਤੰਬੂ ਦੇ ਵਿੱਚ ਬੜੇ ਹੀ ਅਜੀਬ ਤਰ੍ਹਾਂ ਦਾ ਕੰਮ ਜਿਹੜਾ ਉਹਨਾਂ ਕਾਰੀਗਰਾਂ ਨੇ ਕੀਤਾ ਹੈ। ਹੇਰ ਬਿਸੂਰਤ ਮੈਂ ਉਰ ਲਹਾਂ, ਸ੍ਰੀ ਗੁਰ ਉਚਿਤ ਵਿਚਾਰਤ ਰਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਅਜੀਬ ਕਿਸਮ ਦਾ ਕੰਮ ਉਸ ਤੰਬੂ ਵਿੱਚ ਕੀਤਾ, ਇਹ ਮੈਂ ਜਾਣਿਆ ਮਹਾਰਾਜ ਸੱਚੇ ਪਾਤਸ਼ਾਹ ਜੀ। ਤੇ ਉਸ ਸੋਹਣੇ ਤੰਬੂ ਨੂੰ ਬਣਿਆ ਵੇਖ ਕੇ ਭਾਈ ਦਿਆਲਦਾਸ ਗੁਰੂ ਕਾ ਸਿੱਖ ਮਹਾਰਾਜ ਨੂੰ ਕਹਿਣ ਲੱਗਾ, ਸਤਿਗੁਰੂ ਜੀ ਮੈਂ ਹਿਰਦੇ ਦੇ ਵਿੱਚ ਝੂਰਦਾ ਰਿਹਾ ਤੇ ਮੈਂ ਹਿਰਦੇ ਵਿੱਚ ਇਹੀ ਵਿਚਾਰਦਾ ਰਿਹਾ ਵੀ ਇਹ ਤਾਂ ਇਹੋ ਜਿਹਾ ਸੋਹਣਾ ਤੰਬੂ ਜਿਹੜਾ ਏ ਉਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਵਾਸਤੇ ਹੀ ਉਚਿਤ ਹੈ। ਸੋ ਪਠ ਦੀਨ ਦਿੱਲੀ ਪਤ ਪਾਸਾ, ਪੁੰਨ ਕੀਨੀ ਮੈਂ ਮਨ ਮਹਿ ਆਸਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਤੰਬੂ ਜਦੋਂ ਤਿਆਰ ਹੋ ਗਿਆ ਨਾ, ਉਹ ਤੰਬੂ ਕਾਰੀਗਰਾਂ ਨੇ ਮਹਾਰਾਜ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਭੇਜ ਦਿੱਤਾ। ਜਦੋਂ ਔਰੰਗਜ਼ੇਬ ਦੇ ਪਾਸ ਉਹ ਤੰਬੂ ਭੇਜਿਆ ਮਹਾਰਾਜ, ਬਾਅਦ ਵਿੱਚ ਮੇਰੇ ਮਨ ਵਿੱਚ ਇਹ ਖਿਆਲ ਆਇਆ, ਇੱਛਾ ਜਾਗੀ, ਗੁਰੂ ਹੇਤ ਦੂਜੋ ਬਨਵਾਵਹੁ, ਦਰਬਕਾਰ ਕੋ ਸਰਬ ਲਗਾਵਹੁ। ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਮਨ ਵਿੱਚ ਇਹ ਵਿਚਾਰ ਕੀਤੀ ਵੀ ਇਹੋ ਜਿਹਾ ਇੱਕ ਹੋਰ ਤੰਬੂ ਮੈਂ ਤੁਹਾਡੇ ਵਾਸਤੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਹੋਰ ਬਣਵਾਵਾਂ, ਹੋਰ ਤਿਆਰ ਕਰਵਾਵਾਂ। ਬਈ ਜਿੰਨੀ ਵੀ ਸੰਗਤਾਂ ਦੀ ਕਾਰ ਭੇਟਾ ਇਕੱਠੀ ਹੁੰਦੀ ਹੈ ਉਹ ਸਾਰੀ ਕਾਰ ਭੇਟਾ ਆਪ ਜੀ ਦੇ ਵਾਸਤੇ ਜਿਹੜਾ ਤੰਬੂ ਤਿਆਰ ਕਰਾਉਣਾ ਉਹਦੇ ਉੱਤੇ ਖਰਚ ਦੇਵਾਂ ਜੀ। ਬਿਨਾ ਆਪ ਕੇ ਹੁਕਮ ਨਾ ਹੋਵਾ, ਨਹਿ ਬੂਝੇ ਇਹ ਸੰਸਾ ਜੋਵਾ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਆਪ ਜੀਆਂ ਦਾ ਹੁਕਮ, ਆਪ ਜੀਆਂ ਦੀ ਆਗਿਆ ਨਹੀਂ ਸੀ ਮੈਨੂੰ ਹੋਈ ਤੇ ਨਾ ਹੀ ਮੈਂ ਆਪ ਜੀਆਂ ਦੇ ਕੋਲੋਂ ਇਹ ਪੁੱਛਿਆ ਸੀ ਤੰਬੂ ਬਣਾਉਣ ਵਾਸਤੇ। ਇਸ ਕਰਕੇ ਮਹਾਰਾਜ ਮੇਰੇ ਮਨ ਵਿੱਚ ਇਹ ਸੰਸਾ ਰਿਹਾ ਬਈ ਜੇ ਮੈਂ ਆਪੋ ਹੀ ਇਹ ਤੰਬੂ ਤਿਆਰ ਕਰ ਦਿੱਤਾ, ਕਿਤੇ ਸਤਿਗੁਰੂ ਇਹ ਨਾ ਕਹਿਣ ਵੀ ਸਿੱਖਾ ਤੂੰ ਸਾਡੇ ਕੋਲੋਂ ਪੁੱਛਿਆ ਹੀ ਨਹੀਂ ਭਾਈ। ਤੇ ਮਹਾਰਾਜ ਇਸ ਕਰਕੇ ਮੇਰੇ ਮਨ ਵਿੱਚ ਇਹ ਸੰਸਾ ਬਣਿਆ ਰਿਹਾ, ਆਪ ਜੀ ਦਾ ਹੁਕਮ ਨਹੀਂ ਸੀ ਹੋਇਆ ਤੇ ਨਾ ਹੀ ਮੈਂ ਆਪ ਜੀ ਨੂੰ ਪੁੱਛਿਆ ਸੀ। ਸੁਨ ਕਲਗੀਧਰ ਬਾਕ ਬਖਾਨਾ, ਅਬ ਕਾਬਲ ਕੋ ਕਰਹੁ ਪਿਆਨਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਸ ਸਿੱਖ ਦੀ ਗੱਲ ਸੁਣ ਕੇ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਉਚਾਰਨ ਕੀਤਾ ਵੀ ਐ ਸਿੱਖਾ, ਹੁਣ ਤੂੰ ਛੇਤੀ ਨਾਲ ਕਾਬਲ ਵੱਲ ਨੂੰ ਚਾਲਾ ਪਾ, ਕਾਬਲ ਵੱਲ ਨੂੰ ਜਾਣਾ ਕਰ। ਜਿਸ ਬਿਦ ਕੋ ਹੋਇਸ ਬਡ ਡੇਰਾ, ਕਿਆ ਕਿਆ ਬਨਹਿ ਕਹੋ ਇੱਕ ਬੇਰਾ। ਜਿਸ ਬਿਦ ਕੋ ਹੋਇਸ ਬਰ ਡੇਰਾ, ਕਿਆ ਕਿਆ ਬਨਹਿ ਕਹੋ ਇੱਕ ਬੇਰਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਦਿਆਲਦਾਸ ਮਸੰਦ ਨੂੰ ਪੁੱਛਿਆ। ਮਹਾਰਾਜ ਕਹਿਣ ਲੱਗੇ ਵੀ ਜਿਸ ਬਿਦ ਕੋ ਹੋਇਆ ਸਬਰ ਡੇਰਾ, ਵੀ ਜਿਸ ਤਰੀਕੇ ਦਾ, ਜਿਸ ਤਰ੍ਹਾਂ ਦਾ ਉਹ ਡੇਰਾ ਜਿਹੜਾ ਤੰਬੂ ਇਹ ਤਿਆਰ ਹੋਇਆ ਸੀ, ਮਹਾਰਾਜ ਕਹਿੰਦੇ ਉਹ ਕਿਆ ਕਿਆ ਬਨ ਹੈ ਕਹੋ ਇੱਕ ਬੇਰਾ, ਉਹ ਤੰਬੂ ਕਿਸ ਤਰ੍ਹਾਂ ਦਾ ਬਣਿਆ ਸੀ ਤੇ ਉਸ ਤੰਬੂ ਵਿੱਚ ਕੀ ਕੀ ਬਣਾਇਆ ਗਿਆ। ਮਹਾਰਾਜ ਕਹਿੰਦੇ ਇੱਕ ਵਾਰ ਸਾਨੂੰ ਕਹਿ ਕੇ ਸੁਣਾ ਕੇ ਦੱਸਣਾ ਕਰ। ਪੁੰਨ ਤੈ ਜਾਏ ਤਿਆਰ ਕਰਵਾਵਹੁ, ਮਨ ਭਾਵਤ ਧਨ ਤਾਹੇ ਲਗਾਵਹੁ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਵਾਰ ਸਾਨੂੰ ਦੱਸ ਭਾਈ ਉਹ ਕਿਸ ਤਰ੍ਹਾਂ ਦਾ ਤੰਬੂ ਬਣਿਆ ਸੀ ਜਾਂ ਕਿਸ ਤਰ੍ਹਾਂ ਦਾ ਤੰਬੂ ਤਿਆਰ ਕਰਵਾਏਗਾ, ਤੇ ਫਿਰ ਤੂੰ ਜਾ ਕੇ ਕਾਬਲ ਦੇ ਵਿੱਚ ਆਪਣੀ ਮੌਜ ਨਾਲ, ਆਪਣੀ ਮਰਜ਼ੀ ਨਾਲ ਉਹ ਤੰਬੂ ਡੇਰਾ ਜਿਹੜਾ ਤਿਆਰ ਕਰਵਾ ਲਓ ਤੇ ਮਨ ਭਾਵਤ ਧਨ ਤਾਹੇ ਲਗਾਵੋ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਮਨ ਭਾਉਂਦਾ ਧਨ ਉਸ ਤੰਬੂ ਦੇ ਉੱਪਰ ਖਰਚ ਕਰ ਦੇਣਾ। ਸੁਨ ਮਸੰਦ ਕਹਿ ਪ੍ਰਭ ਮੁਕੰਦੰ, ਇੱਕ ਤੰਬੂ ਵਿੱਚ ਬਨਿਓ ਬਿਲੰਦੰ। ਇਸ ਤਰ੍ਹਾਂ ਭਾਈ ਗੁਰੂ ਕਾ ਸਿੱਖ ਜਿਹੜਾ ਦਿਆਲਦਾਸ ਮਸੰਦ ਹੈ, ਸੋਨ ਮਸੰਦ ਕਹਿ ਪ੍ਰਭੂ ਮੁਕੰਦੰ, ਇੱਕ ਤੰਬੂ ਵਿੱਚ ਬਨਿਓ ਬਿਲੰਦੰ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਬਚਨ ਸੁਣ ਕੇ ਇਹਨੇ ਬੇਨਤੀ ਸਰੂਪ ਵਿੱਚ ਮਹਾਰਾਜ ਜੀਆਂ ਨੂੰ ਦੱਸਣਾ ਕੀਤਾ ਕਿ ਹੇ ਮੁਕਤੀ ਦਾਤੇ ਕਲਗੀਧਰ ਸੱਚੇ ਪਾਤਸ਼ਾਹ ਜੀ, ਇੱਕ ਤੰਬੂ ਜਿਹੜਾ ਹੈ ਉਹ
ਕਨਾਤ ਦੇ ਵਿੱਚ ਬੜਾ ਸੋਹਣਾ ਬਣਾਇਆ ਗਿਆ ਹੈ। ਅਨੇਕ ਪ੍ਰਕਾਰ ਬੂਟ ਅਰ ਬੇਲਾ, ਝਾਲਰ ਲਰੀ ਲਰਕਤੀ ਗੇਲਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਉਸ ਤੰਬੂ ਦੇ ਵਿੱਚ ਅਨੇਕ ਪ੍ਰਕਾਰ ਦੇ ਅਨੇਕ ਤਰ੍ਹਾਂ ਦੇ ਬੂਟੇ ਬਣਾਏ ਗਏ ਨੇ ਮਹਾਰਾਜ। ਬੂਟੇ ਤੇ ਬੇਲਾਂ ਦੀਆਂ ਆਕਿਰਤੀਆਂ ਬਣਾਈਆਂ ਗਈਆਂ ਸਤਿਗੁਰੂ ਜੀ। ਅਨੇਕ ਤਰ੍ਹਾਂ ਦੀਆਂ ਜਿਹੜੀਆਂ ਝਾਲਰਾਂ ਨੇ ਉਸ ਤੰਬੂ ਦੇ ਵਿੱਚ ਲਟਕਾਈਆਂ ਗਈਆਂ ਹਨ। ਕਿਤ ਕਿਤ ਮੁਕਤਾ ਗੁੱਛ ਲਗਾਏ, ਰੇਸ਼ਮ ਕੀ ਡੋਰੈ ਤਨਵਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਤੇ ਕਿਤੇ ਮੋਤੀਆਂ ਦੀਆਂ ਗੁੱਛੇ ਜਿਹੜੇ ਮੋਤੀਆਂ ਦੇ ਬਣਾ ਕੇ ਲੜੀਆਂ ਉਹ ਵੀ ਤੰਬੂ ਦੇ ਵਿੱਚ ਲਗਾਈਆਂ ਗਈਆਂ ਮਹਾਰਾਜ ਸੱਚੇ ਪਾਤਸ਼ਾਹ। ਤੇ ਰੇਸ਼ਮ ਦੀਆਂ ਡੋਰਾਂ ਦੇ ਨਾਲ ਉਸ ਤੰਬੂ ਨੂੰ ਤਣਿਆ ਜਾਂਦਾ ਹੈ। ਕਾਂਚਨ ਕਲਸ ਉਤੰਗ ਸੁਹਾਏ, ਤਨਿਓ ਸੁਡਰ ਚਾਹੋ ਕੁੰਟ ਬਣਾਏ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਤੰਬੂ ਦੇ ਵਿੱਚ ਜਿਹੜੇ ਨੇ ਕੰਚਨ ਕਲਸ ਉਤੰਗ ਸੁਹਾਏ, ਤੰਬੂ ਦੇ ਉੱਪਰ ਸੋਨੇ ਦੇ ਬਣੇ ਹੋਏ ਮਹਾਰਾਜ ਕਲਸ ਨੇ ਨਾ ਉੱਚੇ, ਉਹ ਸੁਹਾਏ ਸੋਭਨੀਕ ਹੋ ਰਹੇ ਨੇ। ਤਨਿਓ ਸੁਢਰ ਚਹੁ ਕੁੰਟ ਬਣਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉਸ ਤੰਬੂ ਨੂੰ ਤਣਿਆ ਜਾਂਦਾ ਏ ਨਾ ਤੇ ਮਹਾਰਾਜ ਸੱਚੇ ਪਾਤਸ਼ਾਹ ਚਾਰੇ ਤਰਫਾਂ ਤੋਂ ਐਨ ਖਿੱਚ ਕੇ ਜਦੋਂ ਲਗਾਇਆ ਜਾਂਦਾ ਤੇ ਬੜੀ ਸ਼ੋਭਾ ਪਾਉਂਦਾ ਹੈ। ਵਹਿਰ ਚਾਨਣੀ ਚਾਰ ਚੁਕੋਨੀ, ਮੁਕਤਾ ਲਰੀ ਲਗੀ ਤਿਨ ਲੋਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਿਹੜਾ ਤੰਬੂ ਹੈ ਉਹਦੇ ਬਾਹਰਲੇ ਪਾਸੇ ਬੜੀ ਸੁੰਦਰ ਚਾਨਣੀ ਤਿਆਰ ਕਰਕੇ ਚਾਰ ਕੋਨਿਆਂ ਵਾਲੀ, ਚਾਰ ਨੁੱਕਰਾਂ ਵਾਲੀ ਬਣਾਈ ਗਈ ਹੈ। ਤੇ ਉਹ ਚਾਨਣੀ ਦੇ ਨਾਲ ਵੀ ਮੁਕਤਾ ਲਰੀ ਲਗੀ ਤਿਨ ਲੋਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀਆਂ ਸੋਹਣੀਆਂ ਜਿਹੜੀਆਂ ਨੇ ਉਹ ਲੜੀਆਂ ਮੋਤੀਆਂ ਦੀਆਂ ਉਹਦੇ ਵਿੱਚ ਵੀ ਲੱਗੀਆਂ ਹੋਈਆਂ ਹਨ। ਚੋਬ ਸੋ ਚਾਂਦੀ ਚਾਮੀ ਕਰ ਕੀ, ਅਧਿਕ ਚਤੁਰਤਾ ਕਾਰੀਗਰ ਕੀ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਚਾਨਣੀ ਦੇ ਨਾਲ ਤੰਬੂ ਦੇ ਨਾਲ ਚਾਂਦੀ ਔਰ ਸੋਨੇ ਦੀਆਂ ਬਣੀਆਂ ਹੋਈਆਂ ਚੋਬਾਂ ਲਗਾਈਆਂ ਗਈਆਂ। ਸਤਿਗੁਰੂ ਉਹ ਚੋਬਾਂ ਜਿਹੜੀਆਂ ਨੇ ਬਹੁਤ ਸੋਹਣੀਆਂ ਜਿਹੜੀਆਂ ਨੇ ਕਾਰੀਗਰ ਨੇ ਤਿਆਰ ਕੀਤੀਆਂ। ਉਹਨਾਂ ਚੋਬਾਂ ਨੂੰ ਵੇਖ ਕੇ ਕਾਰੀਗਰ ਦੀ ਸ੍ਰੇਸ਼ਟ ਬੁੱਧੀ ਜਿਹੜੀ ਹੈ ਉਹ ਜਾਣੀ ਜਾਂਦੀ ਹੈ ਜੀ। ਅਬ ਰਾਵਰ ਕੀ ਆਇਸ ਭਈ, ਸਹਿਤ ਕਨਾਤ ਜਥਾ ਪਿਖ ਲਈ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਜਿਹੜਾ ਤੰਬੂ ਹੈ ਨਾ ਉਹ ਮੈਂ ਸਾਰਾ ਕਨਾਤਾਂ ਦੇ ਸਮੇਤ ਬਣਿਆ ਹੋਇਆ ਵੇਖ ਲਿਆ ਚੰਗੀ ਤਰ੍ਹਾਂ। ਹੁਣ ਤੁਹਾਡੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੰਬੂ ਬਣਾਉਣ ਦੀ ਆਗਿਆ ਮੈਨੂੰ ਹੋ ਗਈ ਹੈ ਜੀ। ਤਥਾ ਕਰਾਮ ਦੇ ਕਰ ਦਰਬਾ, ਕਹਾਂ ਕਹਾਂ ਪਿਖ ਲੀਜਹਿ ਸਰਬਾ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਬਹੁਤਾ ਧਨ ਦੇ ਕੇ ਜਿਸ ਤਰ੍ਹਾਂ ਦਾ ਮੈਂ ਉਸ ਤੰਬੂ ਨੂੰ ਵੇਖਿਆ ਸੀ ਕਨਾਤਾਂ ਚਾਨਣੀ ਦੇ ਸਹਿਤ, ਉਸੇ ਤਰ੍ਹਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਤੰਬੂ ਮੈਂ ਤਿਆਰ ਕਰਵਾ ਲੈਣਾ ਹੈ। ਤੇ ਮਹਾਰਾਜ ਉਸ ਤੰਬੂ ਦੀ ਸ਼ੋਭਾ ਮੈਂ ਕਿੱਥੋਂ ਤੱਕ ਆਪ ਜੀ ਨੂੰ ਕਹਿ ਕੇ ਸੁਣਾਵਾਂ। ਜਦੋਂ ਤੰਬੂ ਬਣ ਕੇ ਤਿਆਰ ਹੋ ਜਾਵੇਗਾ ਆਪ ਜੀ ਕਿਰਪਾ ਦ੍ਰਿਸ਼ਟੀ ਨਾਲ ਆਪ ਹੀ ਵੇਖ ਲੈਣਾ ਜੀ। ਗਮਨਿਓ ਮਨ ਭਾਵਤ ਸੁਨ ਗੁਰ ਤੇ, ਪਹੁੰਚਿਓ ਕਾਬਲ ਹਰਖਤ ਉਰਤੇ। ਇਸ ਤਰ੍ਹਾਂ ਭਾਈ ਉਹ ਗੁਰੂ ਕਾ ਸਿੱਖ ਜਿਹੜਾ ਮਸੰਦ ਹੈ ਭਾਈ ਦਿਆਲ ਦਾਸ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਪਾ ਕਰਕੇ ਕਾਬਲ ਨੂੰ ਚਲੇ ਗਿਆ। ਭਾਈ ਗਮਨਿਓ ਮਨ ਭਾਵਤ ਸੁਨ ਗੁਰ ਤੇ। ਹੁਣ ਮਨ ਭਾਉਣ ਦੀ ਗੱਲ ਇਸ ਸਿੱਖ ਦੀ ਮਹਾਰਾਜ ਨੇ ਪੂਰੀ ਕਰ ਦਿੱਤੀ ਹੈ। ਤੇ ਇਹ ਭਾਈ ਤਤਸ਼ਨ ਛੇਤੀ ਦੇ ਨਾਲ ਖੁਸ਼ ਹੋ ਕੇ ਕਾਬਲ ਸ਼ਹਿਰ ਵਿੱਚ ਪਹੁੰਚਿਆ ਹੈ। ਪਰਾਰੰਭ ਤਤ ਛਿਨ ਕਰਵਾਵਾ, ਚਹੀਅਤ ਦਰਬ ਸਰਬ ਪਹੁੰਚਾਵਾ। ਇਸ ਤਰ੍ਹਾਂ ਭਾਈ ਪਰਾਰੰਭ ਤਤ ਛਿਨ ਕਰਵਾਵਾ। ਇਹ ਗੁਰੂ ਕੇ ਸਿੱਖ ਭਾਈ ਦਿਆਲ ਦਾਸ ਨੇ ਜਾ ਕਰਕੇ ਕਾਬਲ ਵਿਖੇ ਭਾਈ ਕਾਰੀਗਰਾਂ ਨੂੰ ਕਹਿ ਕੇ ਛੇਤੀ ਦੇ ਨਾਲ ਇਹ ਤੰਬੂ ਨੂੰ ਤਿਆਰ ਕਰਵਾਉਣ ਦੀ ਆਗਿਆ ਦਿੱਤੀ ਹੈ। ਤੰਬੂ ਤਿਆਰ ਕਰਵਾਉਣ ਦਾ ਹੁਕਮ ਕੀਤਾ। ਚਾਹੀਅਤ ਦਰਬ ਸਰਬ ਪਹੁੰਚਾਵਾ। ਜਿੰਨਾ ਧਨ ਭਾਈ ਇਹ ਤੰਬੂ ਨੂੰ ਤਿਆਰ ਕਰਨ ਵਾਸਤੇ ਚਾਹੀਦਾ ਹੈ ਉਹ ਸਾਰਾ ਧਨ ਜਿਹੜਾ ਹੈ ਗੁਰੂ ਕਾ ਸਿੱਖ ਕਾਰੀਗਰਾਂ ਦੇ ਪਾਸ ਪਹੁੰਚਾ ਰਿਹਾ ਹੈ, ਪਹੁੰਚਾ ਦਿੱਤਾ ਹੈ। ਸਭ ਦੇਸ਼ਨ ਤੇ ਗੁਰ ਕੀ ਕਾਰ, ਲੈ ਲੈ ਦਈ ਕਾਰਨ ਕੋ ਤਿਆਰ। ਹਾਂ ਸਾਰਿਆਂ ਦੇਸ਼ਾਂ ਤੋਂ ਭਾਈ ਇਹਨੇ ਗੁਰੂ ਘਰ ਦੀ ਕਾਰ ਭੇਟਾ ਇਕੱਠੀ ਕਰ ਕਰਕੇ ਉਹ ਸਾਰੀਆਂ ਸੰਗਤਾਂ ਦੇ ਕੋਲੋਂ ਜਿੰਨੀ ਭੇਟਾ ਜਿੰਨਾ ਦਸਵੰਧ ਹੈ ਇਕੱਠਾ ਕਰ ਕਰਕੇ ਭਾਈ ਉਹ ਸਾਰਾ ਹੀ ਕਾਰੀਗਰਾਂ ਨੂੰ ਦੇ ਦਿੱਤਾ ਹੈ ਤੰਬੂ ਤਿਆਰ ਕਰਨ ਵਾਸਤੇ। ਬਾਰ ਬਾਰ ਕਹਿ ਕਰੀ ਤਗੀਦ, ਜਿਮ ਤੁਰ ਕੇਸ਼ਰ ਨਿਕਟ ਰਸੀਦ। ਹਾਂ ਇਹ ਗੁਰੂ ਕੇ ਸਿੱਖ ਦਿਆਲ ਦਾਸ ਨੇ ਭਾਈ ਕਾਰੀਗਰਾਂ ਨੂੰ ਬਾਰ-ਬਾਰ ਇਹ ਤਗੀਦ ਕੀਤੀ, ਬਾਰ-ਬਾਰ ਕਿਹਾ ਬਈ ਜਿਸ ਤਰ੍ਹਾਂ ਦਾ ਤੰਬੂ ਤੁਰਕੇਸ਼ਰ ਕਹੀਏ ਔਰੰਗਜ਼ੇਬ ਦਿੱਲੀ ਦੇ ਪਾਤਸ਼ਾਹ ਵਾਸਤੇ ਤਿਆਰ ਕੀਤਾ ਹੈ ਨਾ, ਉਸ ਤਰ੍ਹਾਂ ਦਾ ਤੰਬੂ ਜਿਹੜਾ ਹੈ ਤਿਸ ਤੇ ਆਛੋ ਦੇਹੋ ਬਣਾਏ, ਗੁਰ ਘਰ ਧਨ ਕੀ ਤੋਟ ਨਾ ਕਾਰੀਗਰਾਂ ਨੂੰ ਕਾਏ। ਇਹ ਗੁਰੂ ਕਾ ਸਿੱਖ ਕਹਿੰਦਾ ਵੀ ਜਿੱਦਾਂ ਦਾ ਤੰਬੂ ਤੁਸੀਂ ਔਰੰਗਜ਼ੇਬ ਪਾਤਸ਼ਾਹ ਦੇ ਪਾਸ ਬਣਾ ਕੇ ਭੇਜਿਆ ਨਾ ਉਹਦੇ ਨਾਲੋਂ ਵੀ ਵਧੀਆ ਜਿਹੜਾ ਤੰਬੂ ਹੈ
ਉਹ ਭਾਈ ਗੁਰੂ ਘਰ ਵਾਸਤੇ ਤਿਆਰ ਕਰਨਾ, ਕਿਉਂਕਿ ਗੁਰੂ ਘਰ ਵਿੱਚ ਧਨ ਦੀ ਕੋਈ ਕਮੀ ਨਹੀਂ ਹੈ, ਮਾਇਆ ਦੀ ਕੋਈ ਤੋਟ ਨਹੀਂ ਹੈ। ਇਮ ਬਨਵਾਵਤ ਭਾਬਹੁ ਕਾਲ ਅਤ ਸੁੰਦਰ ਸਭ ਕਰਿਓ ਵਿਸਾਲ। ਇਸ ਤਰ੍ਹਾਂ ਭਾਈ ਜਿਹੜਾ ਇਹ ਤੰਬੂ ਹੈ, ਇਮ ਬਨਵਾਵਤ ਭਾਵ ਹੁਕਾਰ, ਇਹ ਤੰਬੂ ਨੂੰ ਤਿਆਰ ਕਰਵਾਉਂਦਿਆਂ ਬਹੁਤਾ ਸਮਾਂ ਲੱਗ ਗਿਆ, ਤੇ ਜਦੋਂ ਬਹੁਤਾ ਸਮਾਂ ਲੱਗਿਆ ਤੇ ਅਤ ਸੁੰਦਰ ਸਭ ਕਰਿਓ ਵਿਸਾਲ, ਕਾਰੀਗਰਾਂ ਨੇ ਬਹੁਤਾ ਸਮਾਂ ਲਾ ਕੇ ਇਸ ਤੰਬੂ ਨੂੰ ਬਹੁਤ ਸੋਹਣਾ ਤਿਆਰ ਕੀਤਾ ਹੈ। ਆਛੀ ਰੀਤ ਸਕਲ ਬਨਵਾਇਓ ਚਹੀਅਤ ਜੇ ਤਕ ਦਰਬ ਲਗਾਇਓ। ਹਾਂ, ਚੰਗੀ ਰੀਤੀ ਦੇ ਨਾਲ, ਭਾਵ ਜਿਸ ਤਰ੍ਹਾਂ ਦੇ ਇਹਦੇ ਮਨ ਦਾ ਖਿਆਲ ਸੀ ਗੁਰੂ ਕੇ ਸਿੱਖ ਦਾ, ਉਸੇ ਤਰ੍ਹਾਂ ਦਾ ਕਹਿ ਕਹਿ ਕੇ ਕਾਰੀਗਰਾਂ ਨੂੰ ਇਹਨੇ ਤੰਬੂ ਤਿਆਰ ਕਰਵਾਇਆ। ਭਾਈ ਚਾਹੀਅਤ ਜੇ ਤੱਕ ਦਰਬ ਲਗਾਇਓ, ਜਿੰਨਾ ਧਨ ਇਸ ਤੰਬੂ ਤੇ ਖਰਚ ਵਾਸਤੇ ਚਾਹੀਦਾ ਸੀ ਉਹਨਾਂ ਸਾਰਾ ਧਨ ਇਸ ਤੰਬੂ ਤੇ ਖਰਚ ਕੀਤਾ ਹੈ। 1.25 ਲੱਖ ਇੱਕ ਸੰਮਤ ਕੇਰਾ ਲੇਤ ਬਟੋਰਨ ਧਨ ਕਰ ਫੇਰਾ। ਇਸ ਤਰ੍ਹਾਂ ਭਾਈ 1 ਸਾਲ ਦੀ ਜੋ ਗੁਰੂ ਘਰ ਦੀ ਕਾਰ ਭੇਟਾ ਇਕੱਠੀ ਹੁੰਦੀ ਸੀ ਨਾ, ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਵੀ 1 ਸਾਲ ਦੀ 1.25 ਲੱਖ ਰੁਪਈਆ ਕਾਰ ਭੇਟਾ ਇਕੱਠੀ ਹੁੰਦੀ ਸੀ, ਤੇ ਇਹ ਗੁਰੂ ਕੀਆਂ ਸੰਗਤਾਂ ਦੇ ਕੋਲੋਂ ਸਾਲ ਦੀ ਕਾਰ ਭੇਟਾ ਆਪ ਫੇਰਾ ਪਾ ਕੇ, ਭਾਵ ਆਪ ਜਾ ਕੇ ਦਿਆਲਦਾਸ ਇਕੱਠੀ ਕਰ ਲੈਂਦਾ ਸੀ। ਦੁਐ ਸੰਮਤ ਕੀ ਜੋ ਗੁਰਕਾਰ ਹੋਤ 2.5 ਲੱਖ ਵਿਚਾਰ। ਕਵੀ ਜੀ ਕਹਿੰਦੇ ਭਾਈ ਇਹ ਗੱਲ ਵਿਚਾਰ ਲਵੋ ਬਈ 2 ਸਾਲਾਂ ਦੀ ਕਾਰ ਭੇਟਾ ਜਿਹੜੀ ਹੈ, ਦੁਐ ਸੰਮਤ ਕੀ ਜੋ ਗੁਰਕਾਰ, 2 ਸਾਲਾਂ ਦੀ ਜਿਹੜੀ ਗੁਰੂ ਘਰ ਦੀ ਕਾਰ ਭੇਟਾ ਹੈ, ਹੋ ਤਾਂ 2.5 ਲੱਖ ਵਿਚਾਰੇ, ਵਿਚਾਰ ਲਓ ਵੀ 2.5 ਲੱਖ ਰੁਪਈਆ ਬਣ ਜਾਂਦਾ ਹੈ। ਸੋ ਸਭ ਡੇਰੇ ਪਰ ਲਗਵਾਇਓ ਬਹੁ ਚਾਤੁਰਤਾ ਸਹਿਤ ਬਣਾਇਓ। ਜਿੰਨੀ ਗੁਰੂ ਘਰ ਦੀ ਕਾਰ ਭੇਟਾ ਭਾਈ 2 ਸਾਲਾਂ ਦੀ ਇਕੱਠੀ ਹੋਈ, ਉਹ ਸਾਰੀ 2.5 ਲੱਖ ਰੁਪਈਆ ਇਸ ਗੁਰੂ ਕੇ ਸਿੱਖ ਨੇ ਇਹ ਤੰਬੂ ਨੂੰ ਤਿਆਰ ਕਰਨ ਦੇ ਉੱਪਰ ਖਰਚ ਕੀਤਾ। ਸੋ ਸਭ ਡੇਰੇ ਪਰ ਲਗਵਾਇਓ, ਉਹ ਸਾਰਾ ਧਨ ਭਾਈ ਸਾਰਾ ਤੰਬੂ ਤੇ ਖਰਚ ਦਿੱਤਾ, ਤੇ ਬਹੁਤ ਚਾਤੁਰਤਾ ਸਹਿਤ ਬਣਾਇਓ, ਤੇ ਬੜੀ ਸਿਆਣਪ ਦੇ ਨਾਲ ਇਹ ਜਿਹੜਾ ਗੁਰੂ ਕਾ ਤੰਬੂ ਹੈ ਤਿਆਰ ਕੀਤਾ ਗਿਆ ਹੈ। ਸੋ ਉਚਵਾਏ ਆਨੰਦਪੁਰ ਆਨਾ ਬਹੁ ਨਰ ਸੰਗ ਸੰਭਾਰਨ ਠਾਨਾ। ਇਹ ਜਿਹੜਾ ਭਾਈ ਤੰਬੂ ਗੁਰੂ ਕਾ ਤਿਆਰ ਕੀਤਾ ਗਿਆ ਏ, ਜਿਹੜਾ ਔਰੰਗਜ਼ੇਬ ਵਾਸਤੇ ਤੰਬੂ ਤਿਆਰ ਹੋਇਆ ਉਹਦੀ ਕੀਮਤ ਭਾਈ 2 ਲੱਖ ਰੁਪਈਆ ਸੀ ਉਸ ਵੇਲੇ, ਪਰ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਵਾਸਤੇ ਤੰਬੂ ਤਿਆਰ ਕੀਤਾ ਗਿਆ ਹੈ, ਇਹ 2.5 ਲੱਖ ਰੁਪਏ ਦਾ ਉਸ ਵੇਲੇ ਬਣਿਆ ਸੀ। ਇੱਕ ਵਿਚਾਰ ਹੋਰ ਵੀ ਭਾਈ ਇੱਥੇ ਆਪ ਜੀ ਨਾਲ ਸਾਂਝੀ ਕਰਦੇ ਹਾਂ ਕਿ ਇਹ ਜਿਹੜਾ ਤੰਬੂ ਤਿਆਰ ਕਰਵਾਇਆ ਗਿਆ, ਇਹਦੀ ਬਾਬਤ ਕੁਝ ਵਿਦਵਾਨਾਂ ਦੀ ਵਿਚਾਰ ਇਹ ਵੀ ਹੈ ਬਈ ਇੱਕ ਦੁਨੀ ਚੰਦ ਗੁਰੂ ਕਾ ਸਿੱਖ ਹੋਇਆ ਜਿਹੜਾ ਬੜਾ ਅਮੀਰ ਸੀ ਆਪਣੇ ਘਰੋਂ। ਇਹ ਦੁਨੀ ਚੰਦ ਸਿੱਖ ਨੇ ਭਾਈ ਮਹਾਰਾਜ ਦੇ ਚਰਨਾਂ ਵਿੱਚ ਪੁੱਤਰ ਪ੍ਰਾਪਤੀ ਦੀ ਅਰਦਾਸ ਕੀਤੀ ਸੀ, ਤੇ ਇਹਦੀ ਅਰਦਾਸ ਪੂਰੀ ਹੋ ਗਈ ਸੀ। ਤੇ ਵਿਦਵਾਨਾਂ ਦਾ ਕਹਿਣਾ ਹੈ ਵੀ ਇਹ ਦੁਨੀ ਚੰਦ ਗੁਰੂ ਕੇ ਸਿੱਖ ਨੇ ਇਹ ਤੰਬੂ ਮਹਾਰਾਜ ਜੀ ਵਾਸਤੇ ਤਿਆਰ ਕਰਵਾ ਕੇ ਆਪਣੇ ਵੱਲੋਂ ਮਾਇਆ ਦੇ ਕੇ ਤਿਆਰ ਕਰਵਾਇਆ ਸੀ। ਤੇ ਕੁਝ ਵਿਦਵਾਨਾਂ ਦਾ ਕਹਿਣਾ ਹੈ ਬਈ ਕੁਝ ਮਾਇਆ ਜਿਹੜੀ ਹੈ ਦੁਨੀ ਚੰਦ ਨੇ ਭਾਈ ਦਿੱਤੀ ਸੀ ਸੇਵਾ ਵਿੱਚ, ਤੇ ਕੁਝ ਗੁਰੂ ਕੀਆਂ ਸੰਗਤਾਂ ਦੀ ਕਾਰ ਭੇਟਾ ਇਕੱਠੀ ਹੋਈ ਸੀ, ਇਹਨੂੰ ਖਰਚ ਕੇ ਫਿਰ ਇਹ ਤੰਬੂ ਤਿਆਰ ਕਰਵਾਇਆ ਗਿਆ। ਇਸ ਤਰ੍ਹਾਂ ਵਿਦਵਾਨਾਂ ਦੀ ਆਪਣੀ ਵੱਖਰੀ ਵੱਖਰੀ ਰਾਏ ਹੈ। ਤੋ ਆਪ ਜੀ ਨਾਲ ਇਹ ਵਿਚਾਰ ਕੀਤਾ, ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੀ ਕਾਰ ਭੇਟਾ ਸੰਗਤਾਂ ਵੱਲੋਂ ਇਕੱਠੀ ਹੁੰਦੀ ਸੀ 2.5 ਲੱਖ ਰੁਪਈਆ, ਉਹ ਸਾਰੀ ਭਾਈ ਇਸ ਤੰਬੂ ਤੇ ਖਰਚ ਕੀਤੀ ਗਈ ਤੇ ਤੰਬੂ ਤਿਆਰ ਕਰਵਾਇਆ ਗਿਆ। ਸੋ ਉਚਵਾਏ ਆਨੰਦਪੁਰ ਆਨਾ, ਉਹ ਸਾਰੀ ਕਾਰ ਭੇਟਾ ਜਿਹੜੀ ਲਗਾ ਕੇ ਤੰਬੂ ਤਿਆਰ ਕਰਕੇ ਤੰਬੂ ਨੂੰ ਚੁਕਵਾ ਕੇ ਇਹ ਜਿਹੜਾ ਗੁਰੂ ਕਾ ਸਿੱਖ ਹੈ ਭਾਈ ਸ਼੍ਰੀ ਆਨੰਦਪੁਰ ਸਾਹਿਬ ਲੈ ਆਇਆ। ਬਹੁ ਨਰ ਸੰਗ ਸੰਭਾਰਨ ਠਾਨਾ, ਤੇ ਬਹੁਤੇ ਮਨੁੱਖ ਸੰਭਾਲਣ ਵਾਲੇ ਉਹ ਇਸ ਤੰਬੂ ਨੂੰ ਭਾਈ ਨਾਲ ਲੈ ਕਰਕੇ ਆਏ ਨੇ ਭਾਈ ਦਿਆਲਦਾਸ ਦੇ। ਮਿਲਿਓ ਆਨ ਸਤਿਗੁਰ ਪਗ ਪਰਿਓ ਡੇਰਾ ਤਿਆਰ ਨਿਵੇਦਨ ਕਰਿਓ। ਇਹ ਜਿਹੜਾ ਗੁਰੂ ਕਾ ਸਿੱਖ ਮਸੰਦ ਭਾਈ ਦਿਆਲਦਾਸ ਹੈ, ਉਹ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਮਿਲਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਦੇ ਚਰਨਾਂ ਤੇ ਸੀਸ ਰੱਖ ਕੇ ਇਹਨੇ ਨਮਸਕਾਰ ਕੀਤੀ, ਚਰਨੀ ਪੈ ਕੇ ਮੱਥਾ ਟੇਕਿਆ ਮਹਾਰਾਜ ਜੀਆਂ ਨੂੰ, ਤੇ ਬੇਨਤੀ ਕੀਤੀ ਕਿ ਹੇ ਗੁਰੂ ਪਾਤਸ਼ਾਹ ਮਹਾਰਾਜ ਜੀ, ਜਿਹੜਾ ਤੰਬੂ ਆਪ ਜੀ ਦਾ ਹੁਕਮ ਹੋਇਆ ਸੀ ਜੀ ਉਹ ਤਿਆਰ ਹੋ ਕੇ ਆ ਗਿਆ ਹੈ। ਪੁਨ ਪ੍ਰਭ ਸ਼੍ਰੀ ਮੁਖ ਹੁਕਮ ਬਖਾਨਾ ਤਹ ਲਗਾਏ ਸੋ ਡੋਰਨ ਤਾਨਾ। ਸੁਭਾਏਮਾਨ ਮੁਖਾਰਬਿੰਦ ਤੋਂ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਸਿੱਖ ਦੀ ਬੇਨਤੀ ਸੁਣ ਕੇ ਬਚਨ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿੱਥੇ ਰੋਜ਼ ਦੀਵਾਨ ਸਜਦਾ ਹੈ ਨਾ, ਉੱਥੇ ਇਸ ਤੰਬੂ ਨੂੰ ਚੰਗੀ ਤਰ੍ਹਾਂ ਡੋਰਾਂ ਦੇ ਨਾਲ ਤਣ ਕੇ ਲਗਾ ਦਿੱਤਾ ਜਾਵੇ। ਤਬ ਹੈ ਰਹੇਂਗੇ ਜਿਮ ਇਹ ਭਇਓ ਚਿਰੰਕਾਲ ਮਹਿ ਲਿਆਵਨ ਕਯੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਵੀ ਜਦੋਂ ਇਹ ਤੰਬੂ ਲੱਗ ਜਾਏਗਾ ਨਾ,
ਤੇ ਫਿਰ ਅਸੀਂ ਇਸ ਤੰਬੂ ਨੂੰ ਵੇਖਾਂਗੇ ਵੀ ਕਿੱਦਾਂ ਦਾ ਬਣਿਆ। ਚਿਰੰਕਾਲ ਮਹਿ ਲਿਆਵਣ ਭਏ ਕੀਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਸਿੱਖਾ, ਬੜੇ ਚਿਰ ਬਾਅਦ, ਬੜੇ ਲੰਮੇ ਸਮੇਂ ਬਾਅਦ ਤੂੰ ਇਹ ਤੰਬੂ ਤਿਆਰ ਕਰਵਾ ਕੇ ਲੈ ਕਰਕੇ ਆਇਆ। ਮਹਾਰਾਜ ਕਹਿੰਦੇ ਹੁਣ ਇਹਨੂੰ ਉੱਥੇ ਲਗਵਾ ਦਿਓ ਜਿੱਥੇ ਦੀਵਾਨ ਸਜਦੇ ਨੇ ਰੋਜ਼। ਜਦੋਂ ਲੱਗ ਜਾਏਗਾ ਫਿਰ ਇਹਨੂੰ ਵੇਖਾਂਗੇ। ਲਗੇ ਫਰਾਸ਼ ਲਗਾਵਨ ਸੋਏ, ਤਨੀ ਕਨਾਤ ਚੁਫੇਰੇ ਜੋਏ। ਇਸ ਤਰ੍ਹਾਂ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਫਰਾਸ਼ ਹੁੰਦੇ ਨੇ, ਫਰਾਸੀ ਕੰਮ ਕਰਨ ਵਾਲੇ ਕਹਿ ਲੋ, ਕਾਰੀਗਰ, ਉਹਨਾਂ ਨੂੰ ਫਰਾਸੀ ਕਿਹਾ ਜਾਂਦਾ ਹੈ। ਇਹ ਭਾਈ ਤੰਬੂ ਨੂੰ ਲਗਾਉਣ ਲੱਗ ਗਏ ਤੇ ਤਨੀ ਕਨਾਤ ਚੁਪੇਰੇ ਸੋਏ। ਪਹਿਲਾਂ ਭਾਈ ਇਸ ਤੰਬੂ ਦੇ ਨਾਲ ਜਿਹੜੀ ਕਨਾਤ ਤਿਆਰ ਕੀਤੀ ਗਈ ਹੈ, ਪਹਿਲਾਂ 4 ਸਪੇਰੇ ਉਹ ਕਨਾਤ ਨੂੰ ਲਗਾਇਆ ਗਿਆ, ਕਨਾਤ ਤਣੀ ਗਈ ਹੈ। ਬੂਟੇ ਨਿਕਸੇ ਬਾਗ ਮਨਿੰਦ, ਫਲ ਫੂਲਨ ਦਲ ਕਿਤ ਅਰਬਿੰਦ। ਹਾਂ, ਇਹ ਜਿਹੜੀ ਕਨਾਤ ਹੈ ਨਾ, ਇਹਦੇ ਉੱਪਰ ਭਾਈ ਬੜੇ ਸੋਹਣੇ ਬੂਟੇ ਆਦਿਕ, ਜਾਂ ਕਹੀਏ ਭਾਈ ਜਿਹੜਾ ਬਾਗ ਹੈ, ਬਗੀਚੀ, ਉਹਦੀਆਂ ਕਿਰਤੀਆਂ ਬਣਾਈਆਂ ਗਈਆਂ। ਬਾਗ ਬਗੀਚੇ ਦੀਆਂ ਕਿਰਤੀਆਂ ਬਣਾਈਆਂ ਗਈਆਂ, ਜਿਹਦੇ ਵਿੱਚ ਬੜੇ ਕਈ ਕਿਸਮਾਂ ਦੇ ਬੂਟੇ ਆਦਿਕ ਉਕਰੇ ਗਏ ਨੇ ਤੇ ਕਈ ਤਰ੍ਹਾਂ ਦੇ ਉਹਨਾਂ ਨੂੰ ਭਾਈ ਫਲ ਲੱਗੇ ਹੋਏ ਨੇ। ਫੁੱਲਾਂ ਦੀਆਂ ਕਿਰਤੀਆਂ ਬਣਾਈਆਂ ਗਈਆਂ, ਕਈ ਤਰ੍ਹਾਂ ਦੇ ਪੱਤੇ ਆਦਿਕ ਬਣਾਏ ਗਏ ਨੇ। ਅਰਬਿੰਦ ਔਰ ਕਮਲ ਦੇ ਫੁੱਲ ਦੀਆਂ ਕਿਰਤੀਆਂ ਵੀ ਬਣੀਆਂ ਹਨ। ਪੁਨ ਤੰਬੂ ਤਾਨਿਓ ਤਿਸ ਮਾਹੀ, ਕੰਚਨ ਕਲਸ ਤੁੰਗ ਜੁਗ ਜਾਹੀ। ਇਸ ਤਰ੍ਹਾਂ ਕਵੀ ਜੀ ਕਹਿੰਦੇ ਭਾਈ ਫਿਰ ਕਨਾਤ ਲਗਾਉਣ ਤੋਂ ਬਾਅਦ ਕਨਾਤ ਦੇ ਵਿਚਕਾਰ ਇਹ ਜਿਹੜਾ ਤੰਬੂ ਹੈ ਉਹ ਚੰਗੀ ਤਰ੍ਹਾਂ ਡੋਰਾਂ ਦੇ ਨਾਲ ਕੱਸ ਕੇ ਲਗਾਇਆ ਗਿਆ। ਇਸ ਤੰਬੂ ਦੇ ਉੱਪਰ ਸੋਨੇ ਦੇ ਬਣੇ ਹੋਏ 2 ਉੱਚੇ ਕਲਸ਼ ਜਿਹੜੇ ਸ਼ੋਭਾ ਪਾ ਰਹੇ ਨੇ, ਸੋਹਣੇ ਲੱਗ ਰਹੇ ਹਨ। ਪਸ਼ਮੰਬਰ ਬਹੁ ਬਾਰਨ ਬਰਨ ਕੇ, ਦਿਪਹਿ ਦੂਰ ਆਕਾਰ ਤਰਨ ਕੇ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਭਾਈ ਪਸ਼ਮੀਨੇ ਦੇ ਰੰਗਾਂ ਦੇ ਕੱਪੜੇ ਜਿਹੜੇ ਆ ਉਹ ਇਹਦੇ ਨਾਲ ਲੱਗੇ ਹੋਏ ਨੇ, ਜਿਹੜੇ ਦੂਰੋਂ ਹੀ ਭਾਈ ਜਿਹੜੇ ਸੂਰਜ ਦੀ ਨਾਈ, ਜਿਵੇਂ ਸੂਰਜ ਲਿਸਕਾਂ ਮਾਰਦਾ ਹੈ ਨਾ, ਇਉਂ ਚਮਕਦੇ ਹਨ। 4 ਚੁਕੋਨ ਕਲਸ ਲਗ 4, ਦਿਪਤ ਮਹਾ ਦੁੱਤ ਗਨ ਗੁਲਜ਼ਾਰ। ਇਸ ਤਰ੍ਹਾਂ ਭਾਈ ਇਸ ਤੰਬੂ ਦੇ 4 ਕੋਨਿਆਂ ਦੇ ਉੱਪਰ 4 ਚਕੋਨ ਕਲਸ਼ ਲਗ 4 ਜਿਹੜੇ ਸੋਨੇ ਦੇ ਚਾਂਦੀ ਦੇ ਬਣੇ ਹੋਏ ਕਲਸ਼ ਨੇ, ਉਹ 4 ਕੋਨਿਆਂ ਦੇ ਉੱਪਰ ਛੋਟੇ ਆਕਾਰ ਦੇ ਬਣਾ ਕੇ ਲਗਾਏ ਗਏ ਨੇ। ਦਿਪਤ ਮਹਾਦੁੱਤ ਗਨ ਗੁਲਜ਼ਾਰ। ਇਹ ਜਿਹੜਾ ਤੰਬੂ ਹੈ ਬਹੁਤ ਦੀਪਤ ਹੋ ਰਿਹਾ ਹੈ, ਭਾਵ ਇਦਾਂ ਜਗਮਗ ਰਿਹਾ ਹੈ ਜਿਵੇਂ ਗੁਲਜ਼ਾਰ ਕੋਈ ਬਗੀਚੀ ਹੋਵੇ ਨਾ, ਫੁੱਲਾਂ ਦੀ ਖਿੜੀ ਹੋਈ, ਉਹ ਭਾਈ ਸ਼ੋਭਾ ਪਾਉਂਦੀ ਹੈ। ਇਸ ਤਰ੍ਹਾਂ ਇਹ ਫੁੱਲਾਂ ਦੀ ਬਗੀਚੀ ਵਾਂਗ ਸ਼ੋਭਾ ਪਾ ਰਿਹਾ ਹੈ। ਵਹਿਰ ਜ਼ਰੀ ਝਾਲਰ ਚਲਕੰਤੀ, ਅੰਤਰ ਮੁਕਤਾ ਲਰੀ ਚੁਲੰਤੀ। ਇਸ ਤਰ੍ਹਾਂ ਭਾਈ ਬਾਹਰ ਤੰਬੂ ਦੇ ਜੜੀ ਦੀਆਂ ਝਾਲਰਾਂ ਝਲਕਦੀਆਂ, ਝਲਕਾਂਤੀ ਕਹੀਏ, ਚਮਕਾਂ ਮਾਰਦੀਆਂ। ਇਸੇ ਤਰ੍ਹਾਂ ਅੰਦਰ ਮੁਕਤਾ ਲਰੀ ਝੁਲੰਤੀ। ਇਸ ਤੰਬੂ ਦੇ ਅੰਦਰ ਮੋਤੀਆਂ ਦੀਆਂ ਲੜੀਆਂ ਬਣਾ ਕੇ ਲਗਾਈਆਂ ਗਈਆਂ ਤੇ ਉਹ ਝੂਲਦੀਆਂ, ਬਾਹਰ ਜਰੀ ਦੀਆਂ ਝਾਲਰਾਂ ਝਲਕ ਰਹੀਆਂ ਹਨ। ਚਾਂਦੀ ਸਹਿਤ ਸੋ ਚਾਮੀ ਕਰ ਕੀ, ਚੱਬ ਖਰੀ ਜੁਗ ਘਾੜਤ ਬਰ ਕੀ। ਚੋਬ ਖਰੀ ਜੁਗ ਘਾੜਤ ਬਰ ਕੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਚਾਂਦੀ ਸਹਿਤ ਸੋ ਚਾਮੀ ਕਰ ਕੀ, ਚੋਬ ਖਰੀ ਜੁਗ ਘਾੜਤ ਬਰ ਕੀ। ਇਸ ਤੰਬੂ ਦੇ ਨਾਲ ਭਾਈ ਚਾਂਦੀ ਔਰ ਚਾਮੀ ਕਰ ਕਹੀਦਾ ਸੋਨੇ ਦੀਆਂ ਬਣੀਆਂ ਹੋਈਆਂ ਚੋਬਾਂ ਜਿਹੜੀਆਂ ਉਹ ਸ਼ੋਭਾ ਪਾ ਰਹੀਆਂ। ਇਹ ਚੋਬਾਂ ਇੰਨੀਆਂ ਸੋਹਣੀਆਂ ਬਣੀਆਂ ਹੋਈਆਂ ਵੀ ਇਹਨਾਂ ਚੋਬਾਂ ਨੂੰ ਦੇਖਦਿਆਂ ਜਿਹੜੇ ਬਣਾਉਣ ਵਾਲੇ ਕਾਰੀਗਰ ਨੇ ਉਹਨਾਂ ਦੀ ਸ੍ਰੇਸ਼ਟ ਬੁੱਧੀ ਦਾ ਅਨੁਮਾਨ ਲਾਇਆ ਜਾ ਸਕਦਾ ਹੈ। 4 ਚਾਨਣੀ ਚਮਕ ਚੁਕੋਨੀ, ਤਨੀ ਤਾਨ ਕਰ ਦੀਪਤ ਲੋਨੀ। ਇਸ ਤਰ੍ਹਾਂ ਭਾਈ ਜਿਹੜੀ 4 ਕੋਨਿਆਂ ਵਾਲੀ ਬੜੀ ਸੁੰਦਰ ਚਾਨਣੀ ਹੈ, 4 ਚਾਨਣੀ ਚਮਕ ਚੁਕੋਨੀ, ਬੜੀ ਚਮਕਾਂ ਮਾਰਦੀ ਜਿਹੜੀ ਚਾਨਣੀ ਆ ਉਹ ਫਿਰ ਤੰਬੂ ਦੇ ਉੱਪਰ ਤਣੀ ਗਈ ਹੈ। ਤਨੀ ਤਾਨ ਕਰ ਦੀਪਤ ਲੋਨੀ। ਜਦੋਂ ਐਨ ਬਲ ਲਾ ਕੇ ਇਸ ਚਾਨਣੀ ਨੂੰ ਤਣਿਆ ਗਿਆ, ਲਗਾਇਆ ਗਿਆ ਹੈ ਤੇ ਬਹੁਤ ਦੀਪਤ ਹੋ ਰਹੀ, ਪ੍ਰਕਾਸ਼ ਹੋ ਰਹੀ ਹੈ, ਚਮਕਾਂ ਮਾਰ ਰਹੀ ਹੈ। ਧਨ ਲਾਗਿਓ ਜਿਹ ਲੱਖ 28, ਅਸ ਡੇਰੇ ਕੋ ਹੇਰ ਗੁਸਾਈ। ਹਾਂ, ਜਿਸ ਤੰਬੂ ਨੂੰ ਤਿਆਰ ਕਰਨ ਵਾਸਤੇ ਭਾਈ 2.5 ਲੱਖ ਰੁਪਈਆ ਸੇਵਾ ਲੱਗੀ, 2.5 ਲੱਖ ਰੁਪਈਆ ਖਰਚ ਹੋਇਆ ਹੈ ਨਾ, ਜਸ ਡੇਰੇ ਕੋ ਹੋਏ ਹੇਰ ਗੁਸਾਈ। ਐਸੇ ਸੁੰਦਰ ਬਣੇ ਹੋਏ ਤੰਬੂ ਨੂੰ ਜਗਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਖ ਕਰਕੇ ਭਏ ਪ੍ਰਸੰਨ ਜਬਹਿ ਵਿੱਚ ਬਰੇ, ਮਾਤਲ ਅਧਿਕ ਸਰਾਹਨ ਕਰੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਸੋਹਣੇ ਸੁੰਦਰ ਬਣੇ ਹੋਏ ਤੰਬੂ ਨੂੰ ਦੇਖ ਕੇ, ਲੱਗਿਆ ਵੇਖ ਕੇ ਮਹਾਰਾਜ ਇਹਦੇ ਅੰਦਰ ਪ੍ਰਵੇਸ਼ ਕੀਤਾ। ਸਤਿਗੁਰਾਂ ਨੇ ਭਏ ਪ੍ਰਸੰਨ ਜਬਹਿ ਵਿੱਚ ਵਰੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਇਸ ਤੰਬੂ ਦੇ ਜਦੋਂ ਅੰਦਰ ਬੜੇ ਨਾ ਭਾਈ ਤੇ ਬਹੁਤ ਪ੍ਰਸੰਨ ਹੋਏ, ਬਹੁਤ ਖੁਸ਼ ਹੋਏ ਤੇ ਮਾਤੁਲ ਅਧਿਕ ਸਰਾਹਨ ਕਰੇ।
ਮਾਮਾ ਕਿਰਪਾਲ ਚੰਦ ਜੀ ਵੀ ਕਲਗੀਧਰ ਪਾਤਸ਼ਾਹ ਜੀਆਂ ਦੇ ਨਾਲ ਸਨ ਤੇ ਮਾਮਾ ਕਿਰਪਾਲ ਚੰਦ ਜੀ ਨੇ ਤੇ ਬਹੁਤੀ ਹੀ ਸਿਫਤ ਕੀਤੀ ਹੈ ਇਸ ਤੰਬੂ ਦੀ। ਸਰਬ ਸ਼ਿਰੋਮਣ ਤੁਮ ਜਿਮ ਅਹੋ, ਤਿਮ ਇਹ ਜਗ ਤੇ ਉੱਤਮ ਲਹੋ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਜਿਵੇਂ ਸਾਰੇ ਸੰਸਾਰ ਦੇ ਵਿੱਚੋਂ ਆਪ ਜੀ ਸ਼੍ਰੋਮਣੀ ਹੋਣਾ, ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਮ ਇਹ ਜਗ ਤੇ ਉੱਤਮ ਲਹੋ। ਇਹ ਜਗਤ ਦੇ ਵਿੱਚੋਂ ਇਹ ਜਿਹੜਾ ਤੰਬੂ ਹੈ ਸਾਰੇ ਸੰਸਾਰ ਵਿੱਚੋਂ ਬਹੁਤਾ ਸੁੰਦਰ ਹੈ, ਬਹੁਤਾ ਸੋਹਣਾ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੋ ਜਿਹਾ ਜਿਹੜਾ ਤੰਬੂ ਹੈ। ਸੁਨਿਓ ਦਿਲੇਸ਼ਵਰ ਢਿਗ ਅਸ ਗਇਓ, ਇਸ ਕੇ ਸਮ ਸੋ ਬਨਤ ਨਾ ਭਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਮਾਮਾ ਕਿਰਪਾਲ ਚੰਦ ਜੀ ਕਹਿੰਦੇ ਅਸੀਂ ਸੁਣਿਆ ਇਹ ਵੀ ਇਹੋ ਜਿਹਾ ਇੱਕ ਤੰਬੂ ਜਿਹੜਾ ਉਹ ਦਿੱਲੀ ਦੇ ਬਾਦਸ਼ਾਹ ਦੇ ਕੋਲ ਵੀ ਗਿਆ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੋ ਜਿਹਾ ਤੰਬੂ ਆਪ ਜੀਆਂ ਵਾਸਤੇ ਤਿਆਰ ਹੋਇਆ ਨਾ, ਇਹੋ ਜਿਹਾ ਤੰਬੂ ਤੇ ਔਰੰਗਜ਼ੇਬ ਬਾਦਸ਼ਾਹ ਦਾ ਵੀ ਤੰਬੂ ਇਹਦੀ ਬਰਾਬਰੀ ਨਹੀਂ ਕਰ ਸਕਦਾ। ਆਪਰ ਕੌਣ ਸਕ ਹੈ ਬਨਵਾਈ, ਬਿਨਾ ਆਪ ਕੇ ਸ਼ਕਤ ਨ ਕਾਏ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਅਪਰ ਕੌਣ ਸਕ ਹੈ ਬਣਵਾਏ, ਹੋਰ ਕਿਹਦੇ ਵਿੱਚ ਬਾਲ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਇਹੋ ਜਿਹਾ ਤੰਬੂ ਕੋਈ ਤਿਆਰ ਕਰਵਾ ਸਕੇ ਬਿਨਾ ਆਪ ਕੇ ਸ਼ਕਤ ਨਾ ਕਾਏ। ਮਹਾਰਾਜ ਹੋਰ ਕਿਸੇ ਵਿੱਚ ਇੰਨੀ ਪਹੁੰਚ ਨਹੀਂ ਕਿ ਆਪ ਜੀਆਂ ਤੋਂ ਬਿਨਾ ਇਹੋ ਜਿਹਾ ਕੋਈ ਤੰਬੂ ਤਿਆਰ ਕਰਵਾ ਸਕੇ ਜੀ। ਪਿਛਲੇ ਪਹਿਰ ਫਰਸ਼ ਕਰਵਾਇਓ, ਤੰਬੂ ਕੇ ਸੰਗ ਲਿਆ ਜੋ ਆਇਓ। ਇਸ ਤਰ੍ਹਾਂ ਭਾਈ ਫਿਰ ਸਤਿਗੁਰਾਂ ਨੇ ਹੁਕਮ ਕੀਤਾ ਹੈ ਤੇ ਪਿਛਲੇ ਪਹਿਰ ਫਰਸ਼ ਕਰਵਾਇਓ। ਦਿਨ ਦੇ ਪਿਛਲੇ ਪਹਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਈਰਾਨੀ ਕਾਲੀਨ ਗੁਰੂ ਕਾ ਸਿੱਖ ਨਾਲ ਲੈ ਕੇ ਆਇਆ ਸੀ ਨਾ, ਉਹਨਾਂ ਨੂੰ ਵਿਛਵਾਉਣਾ ਕੀਤਾ ਹੈ ਤੰਬੂ ਕੇ ਸੰਗ ਲੈ ਜੋ ਆਇਓ। ਤੰਬੂ ਦੇ ਨਾਲ ਹੀ ਗੁਰੂ ਕਾ ਸਿੱਖ ਭਾਈ ਦਿਆਲਦਾਸ ਲੈ ਕਰਕੇ ਆਇਆ ਸੀ। ਆਨ ਦੀਵਾਨ ਲਗਿਓ ਦਰਬਾਰ, ਬੈਠੇ ਸ਼ੋਭਤ ਗੁਰੂ ਉਦਾਰ। ਇਸ ਤਰ੍ਹਾਂ ਭਾਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਨੇ ਆਣ ਕਰਕੇ ਫਿਰ ਪਿਛਲੇ ਪਹਿਰ ਇਸ ਤੰਬੂ ਦੇ ਵਿੱਚ ਦੀਵਾਨ ਸਜਾਏ, ਦਰਬਾਰ ਲਗਾਇਆ ਸਤਿਗੁਰਾਂ ਨੇ। ਉਦਾਰ ਚਿੱਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਤੰਬੂ ਦੇ ਵਿੱਚ ਬੈਠੇ ਬੜੀ ਸ਼ੋਭਾ ਪਾ ਰਹੇ ਨੇ। ਸਿੱਖ ਸੰਗਤ ਅਰ ਬ੍ਰਿੰਦ ਮਸੰਦ, ਗਾਏ ਰਬਾਬੀ ਸ਼ਬਦ ਆਨੰਦ। ਹਾਂ, ਗੁਰੂ ਕੇ ਰਬਾਬੀ ਸਿੱਖ ਭਾਈ ਗੁਰੂ ਕੀ ਪਵਿੱਤਰ ਗੁਰਬਾਣੀ ਦਾ ਤੰਤੀ ਸਾਜ਼ਾਂ ਦੇ ਨਾਲ ਸ਼ਬਦ ਕੀਰਤਨ ਕਰ ਰਹੇ ਨੇ ਤੇ ਗੁਰੂ ਕੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਸਮੂਹ ਮਸੰਦਾਂ ਦੇ ਸਮੇਤ ਸਰਬ ਸੰਗਤਾਂ ਮਹਾਰਾਜ ਦੇ ਪਾਸ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕਰਕੇ ਬੈਠ ਰਹੀਆਂ ਹਨ, ਦੀਵਾਨ ਦਾ ਆਨੰਦ ਮਾਣ ਰਹੀਆਂ ਹਨ। ਸਭ ਹਿਨ ਦੇਖਿਓ ਬਨਿਓ ਅਜਾਇਬ, ਹਰਖ ਹਿਰਦੇ ਉਚਿਤ ਇਹ ਸਾਹਿਬ। ਇਸ ਤਰ੍ਹਾਂ ਭਾਈ ਸਾਰੀਆਂ ਸੰਗਤਾਂ ਨੇ ਇਸ ਤੰਬੂ ਨੂੰ ਵੇਖਿਆ। ਸਭ ਹਿਨ ਦੇਖਿਓ ਬਨਿਓ ਅਜਾਇਬ, ਤੇ ਸਰਬ ਸੰਗਤਾਂ ਨੇ ਦੇਖਿਆ ਵੀ ਬੜੀ ਅਜੀਬ ਕਿਸਮ ਦਾ ਇਹ ਤੰਬੂ ਬਣਿਆ ਹੈ ਤੇ ਸਾਰੇ ਗੁਰੂ ਕੇ ਸਿੱਖ ਮਸੰਦ ਹਿਰਦੇ ਦੇ ਵਿੱਚ ਬਹੁਤ ਪ੍ਰਸੰਨ ਹੋਏ ਤੇ ਇਸ ਤਰ੍ਹਾਂ ਉਸਤਤ ਕਰ ਰਹੇ ਨੇ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਵਾਸਤੇ ਹੀ ਉਚਿਤ ਹੈ, ਸ਼ੋਭਾਦਾਇਕ ਹੈ। ਸੰਧਿਆ ਲਗ ਥਿਰ ਹੋਏ ਹਰ ਖਾਏ, ਪਠ ਰਹਿ ਰਾਸ ਭੋਗ ਤਬ ਪਾਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਮੂਹ ਸੰਗਤਾਂ ਔਰ ਮਸੰਦਾਂ ਦੇ ਸਮੇਤ ਸੰਧਿਆ ਦੇ ਸਮੇਂ ਤੱਕ ਭਾਈ ਬੜੇ ਪ੍ਰਸੰਨ ਹੋ ਕੇ ਇਸ ਤੰਬੂ ਦੇ ਵਿੱਚ ਬਿਰਾਜਮਾਨ ਰਹੇ। ਫਿਰ ਸ਼੍ਰੀ ਰਹਿਰਾਸ ਸਾਹਿਬ ਜੀ ਦਾ ਨਿਤਨੇਮ ਕੀਤਾ ਗਿਆ ਤੇ ਨਿਤਨੇਮ ਕਰਕੇ ਫਿਰ ਭਾਈ ਭੋਗ ਪਾਇਆ ਗਿਆ, ਸਮਾਪਤੀ ਕੀਤੀ ਗਈ ਹੈ। ਸੁੰਦਰ ਸਦਨ ਬਿਰਾਜੇ ਜਾਏ, ਖਾਨ ਪਾਨ ਕਰ ਨਿਸਾ ਬਿਤਾਏ। ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪਣੇ ਸੁੰਦਰ ਮਹਿਲਾਂ ਵਿੱਚ ਜਾ ਕੇ ਸਤਿਗੁਰੂ ਜੀ ਬਿਰਾਜਮਾਨ ਹੋ ਗਏ ਤੇ ਸਾਰੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਜੀਆਂ ਦੇ ਸਮੇਤ ਜਲ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਭਾਈ ਨਿਸ਼ਾ ਬਿਤਾਏ ਰਾਤ ਬਤੀਤ ਕੀਤੀ ਹੈ। ਸਭ ਥਲ ਬਿਦਤ ਭਇਓ ਸੋ ਡੇਰਾ, ਕਰਹਿ ਸਰਾਹਨ ਜਿਸ ਜਿਸ ਹੀਰਾ। ਇਹ ਭਾਈ ਜਿਹੜਾ ਡੇਰਾ ਤੰਬੂ ਬਣਿਆ ਨਾ, ਸਭ ਥਲ ਬਿਦਤ ਭਇਓ ਸੋ ਡੇਰਾ, ਇਹ ਤੰਬੂ ਭਾਈ 22 ਧਾਰ ਦੇ ਇਲਾਕਿਆਂ ਵਿੱਚ ਇਹ ਐਸਾ ਤੰਬੂ ਬਣਿਆ, ਇਹਦੀ ਸ਼ੋਭਾ ਫੈਲ ਗਈ ਹੈ। ਸਾਰੇ ਲੋਕਾਂ ਵਿੱਚ ਇਹ ਗੱਲ ਫੈਲ ਗਈ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ 2.5 ਲੱਖ ਦਾ ਤੰਬੂ ਤਿਆਰ ਕਰਵਾਇਆ ਹੈ ਤੇ ਜਿਹਨੇ ਵੀ ਇਸ ਤੰਬੂ ਨੂੰ ਵੇਖਿਆ ਦਰਸ਼ਨ ਕੀਤੇ, ਸਾਰੇ ਭਾਈ ਇਸ ਤੰਬੂ ਦੀ ਸ਼ੋਭਾ ਕਰਦੇ ਨੇ। ਪੁੰਨ ਇੱਕ ਦਿਨ ਸ਼੍ਰੀ ਸਤਿਗੁਰ ਬੈਸੀ, ਸਿੱਖ ਸੁਰ ਗਨ ਮਹਿ ਸੁਰਪਤ ਜੈਸੇ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਭਾਈ ਇੱਕ ਦਿਨ ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਮੂਹ ਸਿੰਘਾਂ ਦੇ ਸਮੇਤ ਸੰਗਤਾਂ ਦੇ ਵਿੱਚ ਬਿਰਾਜਮਾਨ ਸਨ। ਇਉਂ ਬਿਰਾਜਦੇ ਸਤਿਗੁਰੂ ਸ਼ੋਭਾ ਪਾ ਰਹੇ ਨੇ ਜਿਵੇਂ ਭਾਈ ਦੇਵਤਿਆਂ ਦੇ ਸਮੂਹ ਵਿੱਚ ਬੈਠੇ ਇੰਦਰ ਸ਼ੋਭਾ ਪਾਉਂਦਾ ਹੈ ਨਾ, ਸਤਿਗੁਰੂ ਸਿੱਖਾਂ ਰੂਪੀ ਦੇਵਤਿਆਂ ਵਿੱਚ ਬੈਠੇ ਸ਼ੋਭਾ ਪਾ ਰਹੇ ਨੇ। ਵਸਤਰ ਵਿਭੂਖਨ ਰਹੇ ਸੁਹਾਏ,
ਸੰਗਤ ਨਈ ਦਰਸ ਕੋ ਪਾਏ। ਹਾਂ, ਵਸਤਰ ਵਿਭੂਖਣ ਰਹੇ ਸੁਹਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਤਨ ਤੇ ਸੋਹਣੇ ਵਸਤਰ ਔਰ ਵਿਭੂਖਣ ਕਹੀਏ ਗਹਿਣੇ ਸ਼ੋਭਾ ਪਾ ਰਹੇ ਨੇ, ਤੇ ਨਵੀਆਂ ਸੰਗਤਾਂ ਜਿਹੜੀਆਂ ਉਹ ਰੋਜ਼ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆ ਰਹੀਆਂ, ਗੁਰੂ ਕੇ ਦਰਸ਼ਨ ਪ੍ਰਾਪਤ ਕਰ ਰਹੀਆਂ ਹਨ। ਪੁਨ ਇੱਕ ਸੰਗਤ ਕਿਤ ਤੇ ਆਈ, ਅਨਿਕ ਅਕੋਰਨ ਅਦਭੁਤ ਲਿਆਈ। ਇਸ ਤਰ੍ਹਾਂ ਭਾਈ ਫਿਰ ਇੱਕ ਦਿਨ ਕਵੀ ਜੀ ਕਹਿੰਦੇ ਪੁਨ ਇੱਕ ਸੰਗਤ ਕਿਤ ਤੇ ਆਈ। ਫਿਰ ਇੱਕ ਦਿਨ ਸੰਗਤ ਕਿਤੇ ਹੋਰ ਇਲਾਕੇ ਤੋਂ ਚੱਲ ਕੇ ਆਈ ਗੁਰੂ ਕੇ ਦਰਸ਼ਨਾਂ ਵਾਸਤੇ ਭਾਈ, ਤੇ ਅਨਕ ਅਕੋਰਨ ਅਦਭੁਤ ਲਿਆਈ। ਬਹੁਤ ਹੀ ਅਦਭੁਤ ਜਿਹੜੀਆਂ ਭੇਟਾਵਾਂ ਹਨ ਉਹ ਗੁਰੂ ਪਾਤਸ਼ਾਹ ਨੂੰ ਭੇਟ ਕਰਨ ਵਾਸਤੇ ਸੰਗਤਾਂ ਲੈ ਕਰਕੇ ਆਈਆਂ ਐ। ਤਿਸ ਮਹਿ ਖੱਤਰੀ ਸਿੱਖ ਚਲ ਆਇਓ, ਨਿਜ ਤਨਜਾ ਕੋ ਡੇਰਾ ਲਿਆਇਓ। ਹਾਂ, ਡੋਰਾ ਲਿਆਇਓ। ਇਸ ਤਰ੍ਹਾਂ ਭਾਈ ਤਿਸ ਮਹਿ ਖੱਤਰੀ ਸਿੱਖ ਚੱਲ ਆਇਓ, ਨਿਜ ਤਰੁਣਾ ਕੋ ਡੋਰਾ ਲਿਆਇਓ। ਇੱਕ ਖੱਤਰੀ ਸਿੱਖ ਇਹਨਾਂ ਸੰਗਤਾਂ ਦੇ ਵਿੱਚ ਚੱਲ ਕਰਕੇ ਆਇਆ, ਤੇ ਭਾਈ ਉਹ ਆਪਣੀ ਧੀ ਦਾ ਡੋਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਸਤੇ ਲੈ ਕਰਕੇ ਆਇਆ ਹੈ। ਗੋਤ ਹੁਤੋ ਕੁਮਰਾਵ ਅਛੇਰਾ, ਆਨ ਆਨੰਦਪੁਰ ਕੀਨਸ ਡੇਰਾ। ਇਸ ਸਿੱਖ ਦਾ ਜਿਹੜਾ ਗੋਤ ਹੈ, ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਸਿੱਖ ਕੁਮਰਾਵ ਗੋਤ ਦਾ ਸੀ। ਅਛੇਰਾ ਕਹੀਏ ਚੰਗੇ ਗੋਤ ਦਾ। ਚੰਗਾ ਜਿਹੜਾ ਕੁਮਰਾਵ ਗੋਤ ਹੈ ਨਾ, ਉਸ ਗੋਤ ਦੇ ਨਾਲ ਸੰਬੰਧ ਰੱਖਣ ਵਾਲਾ ਇਹ ਗੁਰੂ ਕਾ ਸਿੱਖ ਖੱਤਰੀ ਸਿੱਖ ਹੈ ਭਾਈ। ਇਹਦਾ ਨਾਮ ਇਤਿਹਾਸ ਵਿੱਚ ਭਾਈ ਰਾਮ ਸ਼ਰਨ ਜੀ ਆਇਆ। ਇਹ ਰਾਮ ਸ਼ਰਨ ਜੋ ਗੁਰੂ ਕਾ ਸਿੱਖ ਹੈ ਖੱਤਰੀ ਤੇ ਕੁਮਰਾਵ ਗੋਤ ਦਾ ਹੈ ਨਾ, ਇਹ ਭਾਈ ਸ਼੍ਰੀ ਅਨੰਦਪੁਰ ਸਾਹਿਬ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ। ਇਹਨੇ ਆਪਣਾ ਡੇਰਾ ਸ਼੍ਰੀ ਅਨੰਦਪੁਰ ਸਾਹਿਬ ਲਾਉਣਾ ਕੀਤਾ ਹੈ। ਸੁਧ ਸ੍ਰੀ ਗੁਜਰੀ ਨਿਕਟ ਪਠਾਈ, ਅਪਰ ਨੁਖਾ ਡੋਰੇ ਮਹਿ ਪਾਈ। ਇਸ ਤਰ੍ਹਾਂ ਭਾਈ ਜਿਹੜੀ ਫਿਰ ਇਹ ਖਬਰ ਹੈ ਨਾ ਸ਼੍ਰੀ ਮਾਤਾ ਗੁਜਰੀ ਜੀ ਦੇ ਪਾਸ ਭੇਜੀ ਗਈ। ਸਿੱਖਾਂ ਨੇ ਇਹ ਖਬਰ ਮਾਤਾ ਜੀਆਂ ਦੇ ਪਾਸ ਪਹੁੰਚਾਈ। ਇਹ ਮਾਤਾ ਜੀ ਇੱਕ ਨੋਹ ਤੁਹਾਡੀ ਹੋਰ ਜਿਹੜੀ ਹੈ ਗੁਰੂ ਕਾ ਸਿੱਖ ਡੋਲੇ ਵਿੱਚ ਪਾ ਕਰਕੇ ਲੈ ਕਰਕੇ ਆਇਆ ਹੈ। ਮਨ ਮੈਂ ਮੁਦਤ ਵਧਾਈ ਲੇਤ, ਬਸਨ ਦਰਬ ਜਾਚਕ ਕੋ ਦੇਤ। ਮਾਤਾ ਜੀ ਇਸ ਖਬਰ ਨੂੰ ਸੁਣ ਕੇ ਮਨ ਵਿੱਚ ਬਹੁਤ ਪ੍ਰਸੰਨ ਹੋਏ, ਤੇ ਸੰਗਤਾਂ ਕੋਲੋਂ ਭਾਈ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦੂਸਰੇ ਵਿਆਹ ਦੀਆਂ ਮਹਾਰਾਜ ਮਾਤਾ ਜੀ ਵਧਾਈਆਂ ਲੈ ਰਹੇ ਨੇ। ਤੇ ਬਸਨ ਕਹੀਏ ਬਸਤਰ, ਦਰਬ ਕਹੀਏ ਧਨ। ਮਾਤਾ ਜੀ ਖੁਸ਼ੀ ਦੇ ਵਿੱਚ ਬਹੁਤੇ ਬਸਤਰ ਤੇ ਧਨ ਜਿਹੜਾ ਏ ਉਹ ਮੰਗਤਿਆਂ ਦੇ ਵਿੱਚ ਵਰਤਾ ਰਹੇ ਨੇ। ਦਰਸ਼ਨ ਦੇਨ ਹੇਤ ਗੁਰ ਆਏ, ਬੈਠ ਸਭਾ ਦਰਬਾਰ ਲਗਾਏ। ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਭਾਈ ਆਏ ਨੇ। ਸਤਿਗੁਰਾਂ ਨੇ ਬੈਠ ਕੇ ਦੀਵਾਨ ਦੇ ਵਿੱਚ ਸਭਾ ਲਗਾਈ ਹੈ, ਦਰਬਾਰ ਸਜਾਇਆ ਹੈ। ਸਭ ਸੰਗਤ ਮਹਿ ਸੁਧ ਪਹੁੰਚਾਈ, ਲਿਓ ਦਰਸ਼ਨ ਪਹੁੰਚੋ ਸਮੁਦਾਈ। ਇਸ ਤਰ੍ਹਾਂ ਭਾਈ ਸਾਰੀਆਂ ਸੰਗਤਾਂ ਵਿੱਚ ਗੁਰੂ ਕੇ ਸਿੱਖਾਂ ਨੇ ਖਬਰ ਪਹੁੰਚਾਈ ਹੈ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਵਾਨ ਦੇ ਵਿੱਚ ਸੁਭਾਏਮਾਨ ਹੋ ਗਏ ਨੇ। ਆਪ ਸਰਬ ਸੰਗਤਾਂ ਮਹਾਰਾਜ ਜੀਆਂ ਦੇ ਦਰਸ਼ਨ ਕਰੋ ਜੀ ਆ ਕਰਕੇ। ਸੁਨ ਸੁਨ ਸੁਧ ਕੋ ਸਭ ਉਤਲਾਏ, ਲਏ ਅਕੋਰਨ ਕੋ ਚਲ ਆਏ। ਇਸ ਤਰ੍ਹਾਂ ਭਾਈ ਜਿਸ ਗੁਰੂ ਕੇ ਸਿੱਖ ਨੇ ਮਹਾਰਾਜ ਜੀਆਂ ਦੇ ਦੀਵਾਨ ਵਿੱਚ ਸਜਣ ਦੀ ਖਬਰ ਸੁਣੀ, ਸਾਰੇ ਸਿੱਖ ਮਹਾਰਾਜ ਜੀਆਂ ਦੇ ਦਰਸ਼ਨਾਂ ਵਾਸਤੇ ਉਤਾਵਲੇ ਹੋ ਕੇ ਆਣ ਲੱਗੇ, ਤੇ ਸਭ ਨੇ ਭਾਈ ਆਪੋ ਆਪਣੀਆਂ ਭੇਟਾਵਾਂ ਜਿਹੜੀਆਂ ਆਪੋ ਆਪਣੇ ਹੱਥਾਂ ਵਿੱਚ ਲੈ ਕਰਕੇ ਮਹਾਰਾਜ ਜੀਆਂ ਦੇ ਦਰਸ਼ਨਾਂ ਬਾਬਤ ਗੁਰੂ ਕੇ ਹਜ਼ੂਰ ਆਉਣਾ ਕੀਤਾ ਹੈ। ਅਰਪਨ ਕਰਹਿ ਬੰਦਨਾ ਠਨ ਹੈ, ਹਿਰਦੇ ਕਾਮਨਾ ਬਦਨ ਬਖਨ ਹੈ। ਆਪਣੀਆਂ ਆਪਣੀਆਂ ਭੇਟਾਵਾਂ ਗੁਰੂ ਕੀਆਂ ਸੰਗਤਾਂ ਕਲਗੀਧਰ ਪਾਤਸ਼ਾਹ ਦੇ ਅੱਗੇ ਅਰਪਣ ਕਰਦੀਆਂ ਭਾਈ। ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਕੇ ਫਿਰ ਆਪਣੇ ਹਿਰਦੇ ਕਾਮਨਾ ਬਦਨ ਬਖਾਨਾ, ਜਿਹੜੀ ਹਿਰਦੇ ਵਿੱਚ ਕੋਈ ਭਾਵਨਾ ਹੁੰਦੀ ਹੈ ਉਹ ਆਪਣੇ ਮੁਖੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆਂ ਨੂੰ ਕਹਿ ਕੇ ਸੁਣਾਉਂਦੀਆਂ ਸੰਗਤਾਂ। ਪਿਖ ਪਿਖ ਪ੍ਰੇਮੀ ਪੁਰਵਨ ਕਰੈ, ਕਰਣਾ ਦ੍ਰਿਸ਼ਟ ਸਬਨ ਧਰ ਧਰੈ। ਸਭਨ ਪਰ ਧਰੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਬ ਸੰਗਤਾਂ ਨੂੰ ਪ੍ਰੇਮੀ ਜਾਣ ਕੇ ਭਾਈ, ਪਿਖ ਪਿਖ ਪ੍ਰੇਮੀ, ਜਿਹੜੇ ਵੀ ਗੁਰੂ ਘਰ ਦੇ ਪ੍ਰੇਮੀ ਹਨ ਉਹਨਾਂ ਨੂੰ ਪ੍ਰੇਮੀ ਜਾਣ ਕੇ ਸਭ ਦੀਆਂ ਆਸ਼ਾਵਾਂ ਇੱਛਾਵਾਂ ਸਤਿਗੁਰੂ ਪੂਰੀਆਂ ਕਰਦੇ ਨੇ, ਤੇ ਸਾਰਿਆਂ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਦੀ ਦ੍ਰਿਸ਼ਟੀ ਧਾਰਨ ਕਰਦੇ ਹਨ। ਹਾਥ ਜੋਰ ਖੱਤਰੀ ਸਿੱਖ ਆਇਓ, ਮੈਂ ਤਨਜਾ ਦਾਸੀ ਹਿਤ ਲਿਆਇਓ। ਫੇਰ ਕਵੀ ਜੀ ਕਹਿੰਦੇ ਭਾਈ ਦੋਨੋਂ ਹੱਥ ਜੋੜ ਕੇ ਇਹ ਜਿਹੜਾ ਸੰਗਤਾਂ ਦੇ ਨਾਲ ਗੁਰੂ ਕਾ ਸਿੱਖ ਆਇਆ ਹੈ, ਖੱਤਰੀ ਸਿੱਖ ਜੋ ਭਾਈ ਕੁਮਰਾਵ ਗੋਤ ਦਾ ਹੈ, ਭਾਈ ਰਾਮ ਸ਼ਰਨ। ਭਾਈ ਰਾਮ ਸ਼ਰਨ ਇਹ ਸਿੱਖ ਦਾ ਨਾਮ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹਜ਼ੂਰ ਆਇਆ ਤੇ ਇਹਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਆਪਣੀ ਧੀ ਦਾ ਡੋਲਾ ਤੁਹਾਡੇ ਵਾਸਤੇ ਲੈ ਕਰਕੇ ਆਇਆ ਹਾਂ ਜੀ। ਪਨ ਹੈ ਸਨਾਥਾ ਤੁਮ ਤੇ ਸੋਏ,
ਇਹ ਸ਼ਰਧਾ ਪੂਰਨ ਮਮ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੀ ਧੀ ਦਾ ਡੋਲਾ ਜਿਹੜਾ ਆਪ ਜੀ ਪ੍ਰਵਾਨ ਕਰੋ ਮਹਾਰਾਜ, ਆਪ ਜੀ ਪ੍ਰਵਾਨ ਕਰ ਲਵੋ ਮਹਾਰਾਜ। ਮੇਰੀ ਜਿਹੜੀ ਧੀ ਹੈ ਆਪ ਜੀ ਦੀ ਸੁਹਾਗਵੰਤੀ ਬਣ ਜਾਵੇ ਮਹਾਰਾਜ ਜੀ, ਇਹ ਆਪ ਜੀ ਦੀ ਸੁਹਾਗਵੰਤੀ ਹੋਏਗੀ ਮਹਾਰਾਜ। ਮੇਰੀ ਇਹ ਸ਼ਰਧਾ ਹੈ, ਆਪ ਜੀ ਕਿਰਪਾ ਕਰਕੇ ਪੂਰਨ ਕਰੋ। ਭਾਈ ਇਹ ਜਿਹੜਾ ਰਾਮ ਸ਼ਰਨ ਗੁਰੂ ਕਾ ਸਿੱਖ ਹੈ, ਇਹਦੀ ਧੀ ਦਾ ਨਾਮ ਮਾਤਾ ਸੁੰਦਰੀ ਜੀ ਅਸੀਂ ਕਹਿੰਦੇ ਹਾਂ ਸਤਿਕਾਰ ਦੇ ਨਾਲ ਭਾਈ। ਤੇ ਔਰ ਇਹ ਬਜਵਾੜਿਆ ਨਗਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ, ਹੁਸ਼ਿਆਰਪੁਰ ਦੇ ਪੇਕੇ ਸਨ ਮਾਤਾ ਸੁੰਦਰੀ ਜੀ ਦੇ, ਇੱਦਾਂ ਕਹਿ ਲਓ। ਇਸ ਤਰ੍ਹਾਂ ਭਾਈ ਇਹ ਖੱਤਰੀ ਸਿੱਖ ਕੁਮਰਾਵ ਗੋਤ ਦਾ ਭਾਈ ਰਾਮ ਸ਼ਰਨ, ਇਹਨਾਂ ਦੀ ਧੀ ਦਾ ਨਾਮ ਮਾਤਾ ਸੁੰਦਰੀ ਜੀ, ਬੀਬੀ ਸੁੰਦਰੀ ਜੀ ਸੀ। ਬਜਵਾੜੇ ਨਗਰ ਦੇ ਰਹਿਣ ਵਾਲੇ ਤੇ ਹੁਸ਼ਿਆਰਪੁਰ ਇਲਾਕੇ ਦੇ ਨਿਵਾਸੀ ਸਨ। ਇਸ ਤਰ੍ਹਾਂ ਭਾਈ ਇਹ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੇਰੀ ਇਹ ਸ਼ਰਧਾ ਆਪ ਜੀ ਕਿਰਪਾ ਕਰਕੇ ਪੂਰੀ ਕਰੋ। ਸੁਨ ਕਰ ਸ਼੍ਰੀ ਮੁਖ ਤੇ ਫੁਰਮਾਇਓ, ਅੰਤਹਿਪੁਰ ਡੋਰਾ ਪਹੁੰਚਾਇਓ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸਿੱਖ ਦੀ ਬੇਨਤੀ ਸੁਣ ਕੇ ਪਾਵਨ ਮੁਖਾਰ ਬਿੰਦ ਤੋਂ ਬਚਨ ਕੀਤਾ ਵੀ ਭਾਈ ਇਹ ਜਿਹੜਾ ਡੋਲਾ ਹੈ ਇਹਨੂੰ ਸਾਡੇ ਮਹਿਲਾਂ ਵਿੱਚ ਪਹੁੰਚਾ ਦਿਓ। ਅੰਤਹਿਪੁਰ ਨਾਮ ਹੁੰਦਾ ਮਹਿਲਾਂ ਦਾ, ਵੀ ਇਹ ਸਾਡੇ ਮਹਿਲਾਂ ਵਿੱਚ ਡੋਲਾ ਪਹੁੰਚਾ ਦੇਣਾ ਕਰੋ। ਮਹਾਰਾਜ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਇਹ ਬਚਨ ਉਚਾਰਨ ਕੀਤੇ। ਸੰਗਤ ਜੀ ਇੱਥੇ ਜਿਹੜਾ ਵਿਚਾਰ ਹੈ ਨਾ ਮਾਤਾ ਜੀ ਦੇ ਨਗਰ ਦੀ ਬਾਬਤ, ਉਹ ਇਦਾਂ ਵੀ ਹੈ, ਕਈ ਕਹਿੰਦੇ ਨੇ ਵੀ ਮਾਤਾ ਜੀ ਕੈਮਲਪੁਰ ਇਲਾਕੇ ਦੇ ਨਿਵਾਸੀ ਸਨ, ਕੈਮਲਪੁਰ ਨਗਰ ਦੇ ਰਹਿਣ ਵਾਲੇ ਸਨ। ਤੋ ਬਹੁਤਾਤ ਵਿਦਵਾਨਾਂ ਦੀ ਰਾਏ ਇਹ ਹੈ ਕਿ ਮਾਤਾ ਜੀ ਬਜਵਾੜਾ ਨਗਰ ਹੁਸ਼ਿਆਰਪੁਰ ਸ਼ਹਿਰ ਦੇ ਰਹਿਣ ਵਾਲੇ ਸਨ, ਵਸਨੀਕ ਸਨ। ਸੋ ਇਹ ਵਿਦਵਾਨਾਂ ਦੀ ਆਪਣੀ ਆਪਣੀ ਮਤ ਹੈ। ਤੋ ਇਸ ਤਰ੍ਹਾਂ ਵੀ ਭਾਈ ਜਿਸ ਤਰ੍ਹਾਂ ਜ਼ਿਕਰ ਆਉਂਦਾ ਆਪ ਜੀ ਨਾਲ ਇਹ ਸਾਂਝਾ ਕੀਤਾ। ਕਲਗੀਧਰ ਪਾਤਸ਼ਾਹ ਨੇ ਬਚਨ ਕਰ ਦਿੱਤਾ ਵੀ ਇਹ ਜਿਹੜਾ ਡੋਲਾ ਹੈ ਸਾਡੇ ਮਹਿਲਾਂ ਵਿੱਚ ਪਹੁੰਚਾ ਦਿਓ। ਦੇ ਦਰਸ਼ਨ ਸੰਗਤ ਕੋ ਸਾਰੀ, ਗਮਨੇ ਸਤਿਗੁਰ ਸਾਧਨ ਮਝਾਰੀ। ਇਸ ਤਰ੍ਹਾਂ ਭਾਈ ਸਾਰੀਆਂ ਸੰਗਤਾਂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਰਸ਼ਨ ਦੇ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਦਨ ਕਹੀਏ ਆਪਣੇ ਮਹਿਲਾਂ ਵਿੱਚ ਭੋਰਾ ਸਾਹਿਬ ਵਾਲਾ ਸਥਾਨ ਜਿੱਥੇ ਬਣਿਆ ਸਤਿਗੁਰਾਂ ਦਾ, ਸਤਿਗੁਰੂ ਜੀ ਉੱਥੇ ਚਲੇ ਗਏ। ਸ਼੍ਰੀ ਗੁਜਰੀ ਸਾਹਾ ਸਦਵਾਏ, ਉਤਸਵ ਵਿਆਹ ਬਿਲੰਦ ਬਣਾਏ। ਇਧਰੋਂ ਫਿਰ ਮਾਤਾ ਗੁਜਰੀ ਜੀ ਨੇ ਭਾਈ ਜਿਹੜਾ ਯੋਗ ਦਿਨ ਸੋਧ ਕੇ ਮਹਾਰਾਜ ਜੀਆਂ ਦਾ ਜੋ ਵਿਆਹ ਦਾ ਕਾਰਜ ਹੈ ਉਹਦੀ ਬਾਬਤ ਯੋਗ ਦਿਨ ਸੋਧਣਾ ਕੀਤਾ ਵੀ ਇਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਏਗਾ। ਉਤਸ਼ਾਹ ਵਿਆਹ ਬਿਲੰਦ ਬਣਾਏ। ਇਸ ਤਰ੍ਹਾਂ ਵਿਆਹ ਦਾ ਭਾਈ ਬਹੁਤਾ ਉਤਸ਼ਾਹ ਮਾਤਾ ਜੀ ਨੇ ਵਧਾਉਣਾ ਕੀਤਾ ਹੈ। ਸਤਿਗੁਰ ਕੋ ਫੇਰੇ ਫਿਰਵਾਏ, ਪੁਰ ਆਨੰਦ ਮਹਿ ਆਨੰਦ ਵਧਾਏ। ਇਸ ਤਰ੍ਹਾਂ ਯੋਗ ਦਿਨ ਸੋਧ ਕੇ ਮਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੀ ਜੋ ਦੂਸਰੀ ਸ਼ਾਦੀ ਹੈ ਭਾਈ, ਦੂਸਰਾ ਵਿਆਹ ਹੈ, ਉਹ ਮਾਤਾ ਸੁੰਦਰੀ ਜੀ ਦੇ ਨਾਲ ਕਰਵਾਇਆ ਤੇ ਆਨੰਦ ਕਾਰਜ ਦੀ ਰਸਮ ਜਿਹੜੀ ਉਹ ਅਦਾ ਕੀਤੀ ਗਈ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਭਾਈ ਸਤਿਗੁਰਾਂ ਦੇ ਦੂਸਰੇ ਵਿਆਹ ਦਾ ਬਹੁਤਾ ਆਨੰਦ ਵਰਤ ਰਿਹਾ ਹੈ। ਜਥਾ ਜੋਗ ਕੁਲ ਰੀਤ ਕਰਾਈ, ਧਨ ਖਰਚਿਓ ਬਹੁ ਵਜੀ ਵਧਾਈ। ਇਸ ਤਰ੍ਹਾਂ ਭਾਈ ਜਥਾ ਜੋਗ ਕੁਲ ਰੀਤ ਕਰਾਈ, ਜੋ ਸੋਢੀ ਵੰਸ਼ ਦੀ ਰੀਤੀ ਹੈ ਨਾ, ਉੱਤਮ ਰੀਤੀ, ਮਾਤਾ ਜੀਆਂ ਨੇ ਉਹ ਸਾਰੀ ਰੀਤੀ ਨਿਭਾਉਣਾ ਕੀਤੀ ਹੈ ਤੇ ਬਹੁਤਾ ਧਨ ਕਲਗੀਧਰ ਪਾਤਸ਼ਾਹ ਜੀਆਂ ਦੇ ਵਿਆਹ ਤੇ ਖਰਚ ਕੀਤਾ ਹੈ ਤੇ ਮਾਤਾ ਜੀ ਨੂੰ ਬਹੁਤੀਆਂ ਵਧਾਈਆਂ ਮਿਲ ਰਹੀਆਂ ਹਨ। ਦੁਤੀ ਵਿਆਹ ਕਲਗੀ ਧਰ ਕੇਰਾ, ਸੰਗ ਸੁੰਦਰੀ ਭਾਗ ਭਲੇਰਾ। ਸੰਦੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦਾ ਦੂਸਰਾ ਜਿਹੜਾ ਵਿਆਹ ਹੈ ਨਾ ਭਾਈ, ਦੂਸਰੀ ਸ਼ਾਦੀ ਹੈ, ਉਹ ਭਲੇ ਉੱਤਮ ਭਾਗਾਂ ਵਾਲੀ ਮਾਤਾ ਸੁੰਦਰੀ ਜੀ ਦੇ ਨਾਲ ਹੋ ਗਿਆ ਹੈ। ਜਿਸ ਕੀ ਹੋਈ ਬੈਸ ਬਿਸਾਲਾ, ਗੁਰ ਪੀਛੇ ਜੀਵੀ ਚਿਰਕਾਲਾ। ਜਿਸ ਮਾਤਾ ਸੁੰਦਰੀ ਜੀ ਦੀ ਭਾਈ ਜਿਹੜੀ ਬੈਸ ਕਹੀਏ ਉਮਰ ਫਿਰ ਭਾਈ ਬਹੁਤ ਵੱਡੀ ਹੋਈ ਹੈ, ਬਹੁਤੀ ਲੰਮੀ ਉਮਰ ਦੇ ਮਾਲਕ ਹੋਏ ਮਾਤਾ ਸੁੰਦਰੀ ਜੀ। ਗੁਰ ਪਿੱਛੇ ਜੀਵੀ ਚਿਰਕਾਲਾ, ਮਾਤਾ ਸੁੰਦਰੀ ਜੀ ਭਾਈ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਸਰੀਰਕ ਤੌਰ ਤੇ ਓਲਾ ਕਰ ਗਏ ਸਨ ਨਾ, ਉਸ ਤੋਂ ਬਾਅਦ ਵੀ ਮਾਤਾ ਸੁੰਦਰੀ ਜੀ ਫਿਰ ਸਰੀਰ ਕਰਕੇ ਮੌਜੂਦ ਰਹੇ ਸੰਸਾਰ ਵਿੱਚ। ਇਸ ਪ੍ਰਕਾਰ ਪੁਰ ਆਨੰਦ ਮਝਾਰਾ, ਬਿਲਸਤ ਗੁਰੂ ਬਿਲਾਸ ਉਦਾਰਾ। ਇਸ ਤਰ੍ਹਾਂ ਭਾਈ ਫਿਰ ਕਵੀ ਜੀ ਕਹਿੰਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਬੜੇ ਆਨੰਦ ਦੇ ਨਾਲ, ਬੜੀ ਖੁਸ਼ੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਵਿਚਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਪਣੇ ਖੁਸ਼ੇ ਆਨੰਦਾਂ ਦੇ ਵਿੱਚ ਮਹਾਰਾਜ ਵਰਤਦੇ ਨੇ। ਇੱਥੇ ਅੱਜ ਦੇ ਅੰਸ਼ੂ ਦੀ ਪ੍ਰਸੰਗ ਦੀ ਸੰਪੂਰਨਤਾ ਹੁੰਦੀ ਹੈ ਭਾਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਿਆਲਤਾ ਕਰਨ। ਨੇਨੀ ਕੋ ਵਿਚਾਰ ਆਪਾਂ ਇੱਥੇ ਅੱਜ ਦੀ ਕਥਾ ਨੂੰ ਵਿਰਾਮ ਦਿੰਦੇ ਹਾਂ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਆਪ ਸੰਗਤ ਨੇ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਦਿਆਲਤਾ ਕਰਨ, ਅੱਗੋਂ ਤੋਂ ਆਤਮ ਵਿਸ਼ੈਣੀ ਬੁੱਧ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ। ਪੜ੍ਹੀ ਸੁਣੀ ਵਿਚਾਰ ਸਾਡੇ ਸਭਨਾਂ ਦੇ ਹਿਰਦਿਆਂ ਤੇ ਵਸੇ, ਤਾਤੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਹੋ ਸਕੀਏ। ਆਓ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇਸ ਪ੍ਰਸੰਗ ਦੀ ਸਮਾਪਤੀ ਕਰੀਏ ਜੀ।
ਜਿਸ ਕੀ ਹੋਈ ਬੈਸ ਬਿਸਾਲਾ, ਗੁਰ ਪੀਛੇ ਜੀਵੀ ਚਿਰਕਾਲਾ। ਇਸ ਪ੍ਰਕਾਰ ਪੁਰ ਆਨੰਦ ਮਝਾਰਾ, ਬਿਲ ਸਤਿਗੁਰੂ ਬਿਲਾਸ ਉਦਾਰਾ। हे अच्युत हे पार ब्रह्म अविनाशी अगनाश, हे पूरन हे सर्व मैं दुख भंजन गुणतास। हे संगी हे निरंकार, हे निर्गुण सब टेक। हे गोविंद हे गुण निधान, जाके सदा विवेक। हे अपरंपर हर हरे, है पी हो वनहार। हे संत कै सदा संग, निधारा आधार। हे ठाकुर हौ दासरो, मैं निर्गुण गुण नहीं कोय। नानक दीजै नाम दान, राखो हिय परोए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।